ਅਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਗਾਢੇ ਅੰਗ ਪੀਰ ਕਰ ਗਾਢੀ ਔਰ ਪੀਰ ਕਰ। ਪ੍ਰਾਨ ਤੇ ਸਰੀਰ ਕਰ ਭਿੰਨ ਐਂਚ ਲੀਨਿਓ। ਜੈਸੇ ਪੋਲ ਤੀਲ ਤੇ ਕਿਲਾਲ ਸੋ ਫੂਕ ਨਾਲ। ਖੈਂਚ ਲਿਤ ਬਾਲਕ ਸੁਪਾਏ ਹੀ ਕੀਨਿਓ। ਹਾਏ ਹਾਏ ਬੋਲਤੀ ਬੇਹਾਲ ਹੋਇ ਵਿਸਾਲ ਬਾਲ। ਸ਼ੋਰੋ ਅਬ ਮੋਹੇ ਕੋ ਪ੍ਰਤਾਪ ਚਿਤ ਚੀਨਿਓ। ਲੋਚਨ ਮੈਂ ਨੀਰ ਭਰ ਧੀਰ ਹਰ ਚੀਰ ਤਜ। ਪਰੀ ਸਭ ਤੀਰ ਧਰ ਪ੍ਰਾਨ ਕਰ ਹਾਨਿਓ। ਗਾਢੇ ਅੰਗ ਪੀਰ ਕਰ ਗਾਢੀ ਔਰ ਪੀਰ ਕਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤਖਤ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਲ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਹੋਈ ਹੈ। ਆਪ ਸਾਰੀਆਂ ਸੰਗਤਾਂ ਬੜੇ ਹੀ ਪਿਆਰ ਨਾਲ ਇਕਾਗਰਤਾ ਦੇ ਨਾਲ
ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹਾਂ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ, ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਆਪ ਜੀ ਨੇ ਬੜੇ ਹੀ ਪਿਆਰ ਨਾਲ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਛੇਹਰਟਾ ਸਾਹਿਬ ਦੀ ਧਰਤੀ ਤੇ ਗੁਰੂ ਕੀ ਵਡਾਲੀ ਵਿਖੇ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਤਾਰ ਰਹੇ ਹਨ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ। ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਹੈ। ਬੀਬੀ ਕਰਮੋ ਇਹ ਗੱਲ ਸੁਣ ਕੇ ਬਹੁਤ ਦੁਖੀ ਹੈ ਜੀ। ਦੋਵੇਂ ਜੀ ਆਪਸ ਵਿੱਚ ਸਲਾਹ ਕਰਕੇ ਮਤਾ ਪਕਾਇਆ ਹੈ ਕਿ ਅਸੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਉਹਨਾਂ ਸੋਚਿਆ, ਉਹਨਾਂ ਨੂੰ ਬਚਪਨ 'ਚ ਹੀ ਖਤਮ ਕਰ ਦਈਏ ਜੀ। ਕਹਿਣ ਲੱਗਾ ਇੱਕ ਇਸਤਰੀ ਤਿਆਰ ਕਰ ਜਿਹੜੀ ਆਪਣੀ ਗੋਦ ਵਿੱਚ ਲੈ ਕੇ ਉਹਨਾਂ ਨੂੰ ਖਤਮ ਕਰ ਦੇਵੇ। ਇਸਤਰੀ ਦੀ ਭਾਲ ਕੀਤੀ, ਅੰਮ੍ਰਿਤਸਰ ਦੀ ਇੱਕ ਇਸਤਰੀ ਲੱਭ ਗਈ ਜੀ। 100 ਚਾਂਦੀ ਦਾ ਸਿੱਕਾ ਬੀਬੀ ਕਰਮੋ ਨੇ ਉਸ ਇਸਤਰੀ ਨੂੰ ਦਿੱਤਾ ਜੀ। ਉਹ ਇਸਤਰੀ ਨੂੰ ਹੋਰ ਵੀ ਬੜਾ ਕੁਝ ਦੇਣ ਦਾ ਲਾਲਚ ਵਿਖਾਇਆ ਜੀ, ਵੀ ਤੂੰ ਸਾਡੀ ਗੱਲ ਮੰਨ ਜਾ, ਸਾਡਾ ਕੰਮ ਕਰ ਦੇ, ਜੋ ਤੂੰ ਆਖੇਂਗੀ ਉਹ ਅਸੀਂ ਕਰਾਂਗੇ ਜੀ। ਉਹ ਇਸਤਰੀ ਮੰਨ ਗਈ ਜੀ, ਇਹ ਪਾਪ ਕਰਨ ਵਾਸਤੇ ਜੀ। ਫਿਰ ਕੀ ਸੀਗੀ ਜੀ, ਉਹ ਇਸਤਰੀ ਭੇਖ ਵਟਾ ਕੇ, ਬਹੁਤ ਨਿਮਰਤਾ ਵਾਲਾ ਭੇਖ ਬਣਾ ਕੇ ਤੇ ਗੁਰੂ ਕੀ ਵਡਾਲੀ ਵਿੱਚ ਪਹੁੰਚੀ ਜੀ। 2-3 ਦਿਨ ਘਰ 'ਚ ਗੇੜੇ ਲਾਉਂਦੀ ਰਹੀ ਹੈ ਤੇ ਮਹਾਰਾਜ ਅੰਤਰਜਾਮੀ ਛੇਵੇਂ ਪਾਤਸ਼ਾਹ ਗੁਰੂ ਸਾਹਿਬ ਨੂੰ ਪਤਾ ਹੈ ਵੀ ਇਹ ਸਾਨੂੰ ਮਾਰਨ ਦੀ ਭਾਵਨਾ ਨਾਲ ਆਈ ਹੈ ਜੀ, ਕਿਉਂ ਧੁਰੋਂ ਹੀ ਗੁਰੂ ਨੇ ਨਾ। ਉਹ ਵੀ ਮਹਾਰਾਜ ਨੇ ਖੇਡ ਇਹੋ ਜਿਹੀ ਬਣਾਈ ਜੀ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਮਹਾਰਾਜ ਨੇ ਖੇਡ ਐਸੀ ਬਣਾਈ ਕਿ ਮਹਾਰਾਜ ਜਾਣ ਬੁੱਝ ਕੇ ਹੀ ਦੁੱਧ ਨਾ ਚੁੰਗਿਆ ਕਰਨ ਜੀ, ਜਾਣ ਬੁੱਝ ਕੇ ਜੀ ਰੋਇਆ ਕਰਨ ਜੀ। ਮਾਤਾ ਗੰਗਾ ਜੀ ਇਸਤਰੀਆਂ ਦੇ ਵਿੱਚ ਬੈਠੇ, ਮਾਤਾ ਜੀ ਨੇ ਬੀਬੀਆਂ ਦੇ ਵਿੱਚ ਬੈਠ ਕੇ ਗੱਲ ਕੀਤੀ ਵੀ ਪਤਾ ਨਹੀਂ ਕੀ ਗੱਲ ਹੈ, ਜਦੋਂ ਮੈਂ ਇਹਨਾਂ ਨੂੰ ਦੁੱਧ ਛਕਾਉਣ ਲੱਗਦੀ ਹਾਂ ਇਹ ਨਾ ਨੁਕਰਦੀ ਕਰਨ ਲੱਗ ਪਏ ਹੈ। ਉਹ ਜਿਹੜੀ ਦਾਈ ਸੀ ਨਾ ਜੀ, ਉਹ ਬਹੁਤ ਟ੍ਰੇਨਡ ਸੀਗੀ ਜੀ, ਉਹਨੂੰ ਪਤਾ ਸੀਗਾ ਜੀ ਇਹ ਸਾਰੀ ਗੱਲ ਇੰਝ ਹੋਣੀ ਹੈ। ਉਹ ਫਿਰ ਸਾਧ ਸੰਗਤ ਜੀ ਆਪਣੇ ਅਸਤਨਾਂ ਨੂੰ ਪਹਿਲਾਂ ਹੀ ਜ਼ਹਿਰ ਲਾ ਕੇ ਆਈ ਸੀਗੀ। ਕਹਿਣ ਲੱਗੀ ਇਹਦੇ ਵਿੱਚ ਕੀ ਹੈ, ਜਿਸ ਬੱਚੇ ਨੂੰ ਕਹਿੰਦੀ ਮੈਂ ਦੁੱਧ ਪਿਆ ਦਿਆਂ ਨਾ, ਮੈਨੂੰ ਵਾਰੀ ਇਹੋ ਜਿਹਾ ਰੱਬ ਦਾ ਹੋਇਆ, ਉਹ ਬੱਚਾ ਕਦੀ ਬਿਮਾਰ ਹੀ ਨਹੀਂ ਹੁੰਦਾ। ਕਹਿਣ ਲੱਗੀ ਲੈ ਮੈਂ ਅੰਮ੍ਰਿਤਸਰੋਂ ਆਈ ਹਾਂ, ਬਾਬਾ ਪ੍ਰਿਥੀਆ ਇੱਕ ਬੱਚੇ ਨੂੰ ਲੈ ਕੇ ਆਇਆ ਸੀ, ਉਹ ਬੱਚਾ ਕਦੀ ਬਿਮਾਰ ਨਹੀਂ ਹੋਇਆ। ਕਹਿਣ ਲੱਗੀ ਉਹਦੀ ਗੱਲ ਸੁਣ ਕੇ ਹੋਰ ਬੀਬੀਆਂ ਵੀ ਹੈਰਾਨ ਹੋ ਗਈਆਂ, ਮਾਤਾ ਗੰਗਾ ਜੀ ਵੀ ਹੈਰਾਨ ਹੋ ਗਏ ਜੀ। ਅੱਛਾ ਇਹ ਗੱਲ ਹੈ? ਕਹਿਣ ਲੱਗੀ ਹਾਂ, ਮੈਂ ਤੇ ਕਈ ਬੱਚਿਆਂ ਨੂੰ ਦੁੱਧ ਚੰਗਾਇਆ। ਕਹਿਣ ਲੱਗੀ ਜਿਹੜਾ ਚੁੰਗ ਲੈ ਇੱਕ ਵਾਰੀ ਉਹ ਬਿਮਾਰ ਹੀ ਨਹੀਂ ਹੁੰਦਾ। ਮਾਤਾ ਜੀ ਕਹਿਣ ਲੱਗੇ ਚੱਲ ਫਿਰ ਤੂੰ ਇਹਨਾਂ ਨੂੰ ਵੀ ਦੁੱਧ ਛਕਾ। ਮਹਾਰਾਜ ਨੇ ਤੇ ਜਾਣ ਕੇ 2 ਦਿਨ ਪਹਿਲਾਂ ਹੀ ਖੇਡ ਰਚਣੀ ਸ਼ੁਰੂ ਕਰ ਦਿੱਤੀ ਸੀਗੀ ਜੀ। ਆਖੋ ਵਾਹਿਗੁਰੂ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। 2 ਦਿਨ ਪਹਿਲਾਂ ਹੀ ਖੇਡ ਰਚਣੀ ਮਹਾਰਾਜ ਨੇ ਸ਼ੁਰੂ ਕਰ ਦਿੱਤੀ ਸੀਗੀ ਜੀ। ਫਿਰ ਕੀ ਸੀਗਾ ਜੀ, ਇਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਦੁੱਧ ਚੰਗਾਉਣ ਵਾਲੀ ਸੇਵਾ ਕਰਨ ਲੱਗੀ। ਸੇਵਾ ਕੀ ਕਰਨ ਲੱਗੀ, ਪਾਪ ਕਰਨ ਲੱਗੀ ਹੈ ਜੀ। ਤੇ ਮਹਾਰਾਜ ਗਰੀਬ ਨਵਾਜ ਛਕਦੇ ਨਹੀਂ ਹਨ। 40-45 ਦਿਨਾਂ ਦੇ ਵਿੱਚ ਸਰੀਰ ਦੀ ਉਮਰ ਹੈ ਜੀ ਉਸ ਸਮੇਂ ਜੀ, 40-45 ਦਿਨ ਜੀ। ਤੇ ਫਿਰ ਮਹਾਰਾਜ ਨੇ ਨਾ ਜੀ ਕੀ ਕੀਤਾ, ਇੱਕ ਹੱਥ 'ਚ ਇਹਦੀ ਗੁੱਤ ਫੜ ਲਈ ਜੀ ਉਸ ਦਾਈ ਦੀ ਜੀ। ਹਾਂਜੀ ਬਹੁਤ ਤੇਜ਼ ਮਹਾਰਾਜ ਨੇ ਫਿਰ ਸਾਧ ਸੰਗਤ ਜੀ
ਇਹਦੀ ਗੁੱਤ ਨੂੰ ਫੜ ਕੇ ਖਿੱਚਿਆ, ਤੇ ਜਿਵੇਂ ਕ੍ਰਿਸ਼ਨ ਜੀ ਨੇ ਲੀਲਾ ਕੀਤੀ ਸੀ ਨਾ ਪੂਤਨਾ ਦੇ ਨਾਲ, ਉਵੇਂ ਛੇਵੇਂ ਪਾਤਸ਼ਾਹ ਨੇ ਇਸ ਦਾਈ ਨਾਲ ਲੀਲਾ ਕੀਤੀ ਜੀ ਫਿਰਦੀ। ਉਹ ਹੁਣ ਮਹਾਰਾਜ ਕੀ ਕਰਦੇ ਆ, ਉਹ ਕਥਾ ਬੜੇ ਪਿਆਰ ਨਾਲ ਸੁਣੀਏ, ਪਿਆਰ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਗਾਢੇ ਅੰਗ ਪੀਰ ਕਰ, ਗਾਢੀ ਔਰ ਪੀਰ ਕਰ। ਮਹਾਰਾਜ ਗਰੀਬ ਨਵਾਜ ਨੇ ਚੰਗੀ ਤਰ੍ਹਾਂ ਫਿਰ ਇਹਦੇ ਅੰਗਾਂ ਨੂੰ ਨਪੀੜ ਦਿੱਤਾ ਜੀ ਫੜ ਕੇ ਜੀ, ਪਿੱਛੋਂ ਗੁੱਤ ਫੜ ਲਈ ਬੜੀ ਤੇਜ਼ੀ ਦੇ ਨਾਲ ਜੀ। ਕੁਝ ਦਿਨਾਂ ਦੀ ਉਮਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ, ਪ੍ਰਾਨ ਤੇ ਸਰੀਰ ਕਰ ਭਿੰਨ ਐਂਚ ਲੀਨਿਓ। ਕਹਿਣ ਲੱਗੇ ਐਸੀ ਖੇਡ ਬਣਾਈ ਮਹਾਰਾਜ ਨੇ, ਉਸ ਦਾਈ ਦੇ ਸਰੀਰ ਵਿੱਚੋਂ ਪ੍ਰਾਣ ਹੀ ਖਿੱਚ ਲਏ ਜੀ, ਪ੍ਰਾਣ ਹੀ ਖਿੱਚ ਲਏ ਜੀ। ਕੁਝ ਅਜੇ 40-45 ਦਿਨਾਂ ਦੀ ਸਰੀਰ ਦੀ ਉਮਰ ਹੈ ਸਾਰੀ ਜੀ। ਗੁਰੂ ਤੇ ਗੁਰੂ ਹੀ ਹੈ ਨਾ ਸਾਧ ਸੰਗਤ ਜੀ। ਹਾਂਜੀ, ਜੈਸੇ ਪੋਲ ਤੀਲ ਤੇ ਕਿਲਾਲ ਕੋ ਸੁਫੂਕ ਨਾਲ। ਕਹਿਣ ਲੱਗੇ ਜਿਵੇਂ ਉਹ ਪਾਈਪ ਹੈ ਜੀ, ਪਾਈਪ ਅੱਜ ਕੱਲ ਵੇਖੀਦਾ, ਪਹਿਲਾਂ ਕਹੀਏ ਵੀ ਅੰਦਰੋਂ ਖਾਲੀ ਜਿਹੜਾ ਤੀਲਾ ਹੁੰਦਾ ਸੀਗਾ ਉਹਨੂੰ ਇਸ ਤਰ੍ਹਾਂ ਪਾ ਕੇ ਤੇ ਬੱਚੇ ਪਾਣੀ ਤਾਂ ਨੂੰ ਖਿੱਚ ਲੈਂਦੇ ਸੀਗੇ, ਜਿਵੇਂ ਆਪਾਂ ਪਾਈਪ ਨਾਲ ਕੋਈ ਕੋਲਡ ਡਰਿੰਕ ਛਕਦਾ ਹੈ, ਕੋਈ ਜਲ ਛਕਦਾ ਤਾਂ ਨਹੀਂ ਖਿੱਚ ਲਈਦਾ ਜੀ ਸਾਰਾ ਕੁਝ। ਹਾਂਜੀ, ਖੈਂਚ ਲੇਤ ਬਾਲਕ ਸੁਪਾਇਕ ਹੀਲੀਨਿਓ। ਬੱਚੇ ਵੇਖੋ ਸਹਿਜ ਸੁਭਾਅ ਕਿਸੇ ਪਾਣੀ ਵਿੱਚ ਪਾਈਪ ਪਾ ਕੇ ਤੇ ਮੁੱਖ ਰਾਹੀਂ ਉਹਨੂੰ ਖਿੱਚ ਲੈਂਦੇ ਆ ਜੀ। ਹਾਂਜੀ, ਹਾਏ ਹਾਏ ਬੋਲਤੀ ਬਿਹਾਲ ਹੋਇ ਬਿਸਾਲ। ਬਸ ਫਿਰ ਛੇਵੇਂ ਪਾਤਸ਼ਾਹ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਮਹਾਰਾਜ ਨੇ ਉਵੇਂ ਫਿਰ ਉਸ ਪਾਪੀ ਦਾਈ ਦੇ ਅੰਦਰੋਂ ਉਹਦਾ ਸਰੀਰ ਦੇ ਵਿੱਚੋਂ ਪ੍ਰਾਣ ਹੀ ਖਿੱਚ ਲਏ ਜੀ। ਮਾੜੇ ਮਨਸੂਬੇ ਨਾਲ ਆਈ ਸੀ ਨਾ, ਪ੍ਰਾਣ ਹੀ ਖਿੱਚ ਲਏ ਜੀ। ਹਾਏ ਹਾਏ ਬੋਲਤੀ ਬਿਹਾਲ ਹੋਇ ਬਿਸਾਲ। ਹਾਏ ਹਾਏ ਪਹਿਲਾਂ ਚੀਕਾਂ ਮਾਰੀਆਂ ਜੀ ਉਹਨੇ ਜੀ। ਹਾਂਜੀ, ਬਾਲ ਸ਼ੋਰੋ ਅਬ ਮੋਹੇ ਕੋ ਪ੍ਰਤਾਪ ਚਿੰਨ ਚੀਨਿਓ। ਮਹਾਰਾਜ ਉਹਦੀ ਗੁੱਤ ਨਹੀਂ ਛੱਡਦੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਕੀ ਕਹਿੰਦੀ, ਕਹਿੰਦੀ ਹੇ ਬਾਲਕ ਮੈਂ ਸਮਝ ਗਈ ਆ ਤੁਸੀਂ ਆਮ ਨਹੀਂ ਹੈਗੇ, ਹੁਣ ਮੈਨੂੰ ਛੱਡ ਦਿਓ ਕਹਿਣ ਲੱਗੀ। ਹਾਂਜੀ, ਲੋਚਨ ਮੈਂ ਨੀਰ ਭਰ ਧੀਰ ਹਰ ਚੀਰ ਤਜ। ਸਾਧ ਸੰਗਤ ਜੀ ਉਹਦੇ ਕੱਪੜੇ ਛੁੱਟ ਗਏ, ਉਹ ਦਾਈ ਜਿਹੜੀ ਆ ਉਹ ਰੋਣ ਲੱਗ ਪਈ। ਪਰੀ ਸਭ ਤੀਰ ਧਰ ਪ੍ਰਾਨ ਕਰ ਹਾਨਿਓ। ਤੇ ਪ੍ਰਾਨ ਕਰ ਹੀਨਿਓ। ਸਾਧ ਸੰਗਤ ਜੀ ਉੱਥੇ ਫਿਰ ਦਾਈ ਉਵੇਂ ਹੀ ਪਈ ਰਹੀ, ਉਹਦੇ ਸਰੀਰ ਵਿੱਚੋਂ ਪ੍ਰਾਣ ਹੀ ਨਿਕਲ ਗਏ ਜੀ। ਪਾਪ ਕਮਾ ਬੰਦਿਆਂ ਤੇਰਾ ਕੋਈ ਨਾ ਬੇਲੀ ਰਾਮ। ਕੋਈ ਛਡਾਉਣ ਵਾਲਾ ਵੀ ਨਹੀਂ ਸੀ ਹੈਗਾ ਛੇਵੇਂ ਪਾਤਸ਼ਾਹ ਦੇ ਹੱਥੋਂ ਦੀ ਉਹਨੂੰ ਜੀ ਫਿਰਦੀ। ਹਾਂਜੀ, ਕੂਕਤੀ ਪੁਕਾਰ ਬਿਸੰਭਾਰ ਹੋਇ ਪਸਾਰ ਅੰਗ। ਕਹਿਣ ਲੱਗੇ ਕੂਕਦੀ ਸੀਗੀ ਸਰੀਰ ਛੱਡਣ ਲੱਗਿਆ ਜੀ, ਰੋਂਦੀ ਸੀਗੀ ਉੱਚੀ ਉੱਚੀ, ਲਾਗੇ ਕੋਈ ਜਾਵੇ ਹੀ ਨਾ ਜੀ ਉਹਦੇ। ਹਾਂਜੀ, ਪਰੀ ਮ੍ਰਿਤ ਭਈ ਦ੍ਰਿਗ ਨਿਕਰੇ ਪਰਤ ਜਨ। ਕਹਿਣ ਲੱਗੇ ਫਿਰ ਲੰਮੀ ਪੈ ਗਈ ਤੇ ਮੌਤ ਹੋ ਗਈ ਜੀ ਉਹਦੀ ਜੀ ਉੱਥੇ ਸਾਰਿਆਂ ਦੇ ਵਿੱਚ ਬੈਠਿਆਂ ਬੈਠਿਆਂ ਹੀ ਜੀ। ਹਾਂਜੀ, ਮੁਖ ਤੇ ਝਗੂਰ ਜਾਤ ਪੀਰੀ ਪਰ ਗਈ ਗਾਤ। ਖੇਡ ਜਿਹੜਾ ਜ਼ਹਿਰ ਉਹਨੇ ਛੇਵੇਂ ਪਾਤਸ਼ਾਹ ਨੂੰ ਛਕਾਉਣਾ ਸੀ ਨਾ, ਦੁੱਧ ਰਾਹੀਂ ਆਪਣੇ ਅਸਤਨਾਂ ਨੂੰ ਲਾ ਕੇ ਆਈ ਸੀ, ਉਹ ਸਾਧ ਸੰਗਤ ਦੀ ਜ਼ਹਿਰ ਉਲਟਾ ਉਹਨੂੰ ਹੀ ਅਸਰ ਕਰ ਗਿਆ ਜੀ। ਉਹਦੇ ਮੂੰਹ ਵਿੱਚੋਂ ਝਿੱਗ ਬਾਹਰ ਨਿਕਲੇ ਜੀ, ਝਿੱਗ ਦੀ। ਹਾਂਜੀ, ਭਇਓ ਤਪਾਤ ਹੇਰ ਨਾਰੀ ਬਿਸਮਾਈ ਮਨ। ਚਿਹਰਾ ਪੀਲਾ ਪੈ ਗਿਆ, ਬੜਾ ਉਪੱਦਰ ਹੋ ਗਿਆ। ਇਸਤਰੀਆਂ ਵੇਖ ਕੇ ਹੈਰਾਨ ਹੋ ਗਈਆਂ ਵੀ ਇਹ ਤੇ ਬੜੀਆਂ ਗੱਲਾਂ ਕਰਨ ਦਾ ਹੀ ਸੀ, ਵੀ ਜਿਸ ਨੂੰ ਮੈਂ ਦੁੱਧ ਛਕਾ ਦਿਆਂ ਉਹ ਬਿਮਾਰ ਹੀ ਨਹੀਂ ਹੁੰਦਾ, ਇਹ ਤੇ ਚੀਕਾਂ ਮਾਰ ਮਾਰ ਕੇ ਮਰੀ ਹੈ, ਮੂੰਹ ਦੇ ਵਿੱਚੋਂ ਝੱਗ ਨਿਕਲੀ ਹੈ। ਹਾਂਜੀ, ਕਹਾਂ ਹੋਏ ਗਇਓ ਬੈਠੀ ਸਭਨ ਮੈਲਿਓ ਸਿਸ। ਤਰਾਸ ਉਪਜਿਓ ਤਜੀ ਦਰਾ ਜਹਾਂ ਪਰਿਓ ਤਨ। ਸਾਧ ਸੰਗਤ ਜੀ ਕੋਈ ਨੇੜੇ ਨਾ ਜਾਵੇ ਉਹਦੇ ਸਰੀਰ ਦੇ ਜੀ, ਕੋਈ ਨੇੜੇ ਨਾ ਜਾਵੇ ਜੀ। ਮਾਤਾ ਗੰਗਾ ਜੀ ਵੀ ਲਾਗੇ ਖਲੋਤੇ ਵੇਖਣ ਦੇ, ਖੇਡ ਕੀ ਬਣ ਗਈ ਹੈ। ਹਾਂਜੀ,
ਗੰਗਾ ਭੈ ਪੀਤ ਪਈ ਪੁੱਤਰਨ ਕੋ ਗਹਿਨ ਧਾਈ ਹਾਂਜੀ। ਹੱਥ ਨ ਉਚਾਵੇ ਪ੍ਰਿਯ ਕਿਰਪਨ ਕੋ ਮਾਨੋ ਧਨ। ਕਹਿਣ ਲੱਗੇ ਮਾਤਾ ਗੰਗਾ ਜੀ ਛੇਤੀ ਨਾਲ ਫਿਰ ਛੇਵੇਂ ਪਾਤਸ਼ਾਹ ਨੂੰ ਛਡਾਉਣ ਲਈ ਗਏ ਆ। ਲਾਗੇ ਪਏ ਸੀ ਮਹਾਰਾਜ, ਕਿਹੜਾ ਉਰੋਂ ਬਹਿ ਸਕਦੇ ਸੀਗੇ, ਲਾਗੇ ਉਵੇਂ ਹੀ ਧਰਤੀ ਤੇ ਲੇਟ ਗਏ ਮਹਾਰਾਜ। ਤੇ ਛੇਵੇਂ ਪਾਤਸ਼ਾਹ ਨੇ ਉਹਦੀ ਗੁੱਤ ਫੜੀ ਤੇ ਗੁੱਤ ਨਹੀਂ ਛੱਡਦੇ ਮਹਾਰਾਜ ਉਹਦੀ ਜੀ। ਕੱਜ ਕੇ ਆਖੋ ਵਾਹਿਗੁਰੂ। ਉਹ ਦਾਈ ਦੀ ਗੁੱਤ ਫੜੀ ਹੋਈ ਸੀ ਮਹਾਰਾਜ, ਗੁੱਤ ਨਹੀਂ ਸੀ ਛੱਡਦੇ। ਮਾਤਾ ਜੀ ਨੇ ਮਸਾਂ ਮਸਾਂ ਛਡਾ ਕੇ ਨਾ ਤੇ ਸਾਧ ਸੰਗਤ ਜੀ ਉਹ ਮਹਾਰਾਜ ਨੂੰ ਆਪਣੀ ਗੋਦ 'ਚ ਚੁੱਕਿਆ ਜੀ। ਹਾਂਜੀ। ਹਾਥ ਗਹੀ ਬੇਨੀ ਬਲ ਸਾਥ ਨਹਿ ਸ਼ੋਰੇ ਤਾਹਾਂ ਮਾਤ ਛੁਟਕਾਵੇ ਕਹਾਂ ਇਤਨੋ ਸੋ ਹੋਏ ਜ਼ੋਰ। ਮਾਤਾ ਜੀ ਸੋਚਦੇ ਆ ਵੀ ਮਸਾਂ ਮਸਾਂ ਹੀ ਗੁੱਤ ਛਡਾਈ ਹੈ, ਨਿੱਕੇ ਜਿਹੇ ਬਾਲਕ ਨੇ, ਇਹਨਾਂ 'ਚ ਇੰਨਾ ਜ਼ੋਰ ਕਿੱਥੋਂ ਆ ਗਿਆ। ਹਾਂਜੀ। ਦਾਸੀ ਕੋ ਪੁਕਾਰੇ ਰਿਸ ਭਰੀ ਕਿਉਂ ਨਾ ਆਵੇ ਪਾਸ। ਤੇ ਉਸੇ ਵੇਲੇ ਹੀ ਮਾਤਾ ਜੀ ਨੇ ਦਾਸੀਆਂ ਨੂੰ ਵੀ ਦਬਕਾ ਲਾਇਆ ਵੀ ਤੁਸੀਂ ਕਿੱਥੇ ਖਲੋਤੀਆਂ ਹੋ, ਲਾਗੇ ਆਓ, ਵੇਖੋ ਕੀ ਭਾਣਾ ਵਰਤ ਗਿਆ। ਕੰਪਤ ਸਰੀਰ ਧਰਾਸ ਧਾਰੇ ਉਤਪਾਤ ਘੋਰ। ਦਾਸੀਆਂ ਵੀ ਉਸ ਸਮੇਂ ਕੰਬ ਗਈਆਂ ਜੀ। ਕਈ ਵਾਰੀ ਨਾ ਮਾਹੌਲ ਹੀ ਮਹਾਰਾਜ ਫਿਰ ਐਸਾ ਬਣਾ ਦਿੰਦੇ। ਜੇ ਮਹਾਰਾਜ ਖੁਸ਼ੀ ਦਾ ਮਾਹੌਲ ਬਣਾਉਣਾ ਚਾਹਣ, ਸਭ ਨੂੰ ਖੁਸ਼ ਕਰ ਦੇਣ ਜੀ। ਜਦੋਂ ਕੋਈ ਇਹੋ ਜਿਹਾ ਪਾਪ ਕਰੇ ਨਾ, ਫਿਰ ਮਹਾਰਾਜ ਸਾਰਿਆਂ ਨੂੰ ਡਰਾ ਵੀ ਦਿੰਦੇ ਆ ਜੀ। ਸਭ ਦਾਸੀਆਂ ਡਰੀਆਂ ਪਈਆਂ, ਕੋਈ ਨੇੜੇ ਨਹੀਂ ਸੀ ਆਉਂਦਾ। ਮਾਤਾ ਗੰਗਾ ਜੀ ਆਵਾਜ਼ ਮਾਰਦੇ, ਕਿੱਥੇ ਚਲੇ ਗਈਆਂ ਚ ਲਾਗੇ ਆਓ ਸਾਰੀਆਂ। ਮਿਲੀ ਗਨ ਆਏ ਨੀਠ ਨੀਠ ਕਰ ਸ਼ੋਰੀ ਤਬ। ਬਸ ਫਿਰ ਕੀ ਸੀ, ਉਹਦੀ ਡੈੱਡ ਬਾਡੀ ਪਈ ਹੈ, ਮਰਿਆ ਹੋਇਆ ਸਰੀਰ ਪਿਆ ਜੀ ਦਾਈ ਦਾ ਜੀ। ਤੇ ਦਾਸੀਆਂ ਫਿਰ ਹੌਲੀ ਹੌਲੀ ਨੇੜੇ ਆਈਆਂ ਜੀ। ਮਾਤਾ ਗੰਗਾ ਜੀ ਨੇ ਛੇਵੇਂ ਪਾਤਸ਼ਾਹ ਨੂੰ ਆਪਣੀ ਗੋਦ 'ਚ ਚੁੱਕ ਕੇ ਪਰਾਂ ਹੋ ਗਏ ਜੀ। ਹਾਂਜੀ। ਕੰਠ ਸੋ ਲਗਾਇਓ ਆਨੰਦ ਭਰਿਓ ਹੈ ਬਿਸ਼ੋਰ ਸ਼ੋਰ। ਤੇ ਲਾਗੇ ਲਾਗੇ ਫਿਰ ਰੌਲਾ ਪੈਣ ਲੱਗ ਪਿਆ ਜੀ। ਮਰ ਗਈ ਦਾਈ, ਮਰ ਗਈ, ਮਰ ਗਈ, ਮਰ ਗਈ, ਰੌਲਾ ਪੈਣ ਲੱਗ ਪਿਆ ਜੀ। ਹਾਂਜੀ। ਪਰੀ ਜਿਸ ਠੌਰ ਅਵਲੋਕਤ ਨਾ ਤਾਹੀਂ ਔਰ। ਸਾਧ ਸੰਗਤ ਜੀ ਲੋਕ ਇੰਨਾ ਡਰ ਗਏ ਸਨ, ਉਸ ਪਾਪੀ ਦਾਈ ਦੇ ਚਿਹਰੇ ਵੱਲ ਵੀ ਨਹੀਂ ਸੀ ਕੋਈ ਵੇਖਦਾ ਜੀ। ਹਾਂਜੀ। ਡਰੀ ਔਰ ਹੋਰ ਧਾਈ ਥਾਨ ਨਿਜ ਸ਼ੋਰ ਸ਼ੋਰ। ਬਹੁਤ ਸਾਰੇ ਲੋਕ ਥਾਂ ਛੱਡ ਕੇ ਖਲੋਤੇ ਜੀ, ਉਹਦੇ ਸਰੀਰ ਦੇ ਲਾਗੇ ਨਹੀਂ ਖਲੋਤੇ ਜੀ। ਪਤਾ ਨਹੀਂ ਕੀ ਖੇਡ ਬਣੀ ਹੈ। ਹਾਂਜੀ। ਮਰੀ ਦੁਰਾਚਾਰਨੀ ਤੇ ਕੁਸ਼ਕ ਪ੍ਰਕਾਸ਼ ਭਇਓ। ਹੁਣ ਗੁਪਤ ਕਲਾ ਇੱਕ ਵਰਤੀ ਜੀ। ਦੁਰਾਚਾਰਨੀ ਦਾਈ ਜਦੋਂ ਮਰੀ ਨਾ ਜੀ, ਉਹਦੇ ਸਰੀਰ ਚੋਂ ਪ੍ਰਾਣ ਨਿਕਲੇ, ਉਹਦੀ ਰੂਹ ਨਿਕਲੀ ਤੇ ਥੋੜਾ ਚਾਨਣ ਹੋ ਗਿਆ ਜੀ। ਵਿਹੜੇ ਦੇ ਵਿੱਚ ਚਾਨਣ ਹੋ ਗਿਆ। ਬੀਜਰੀ ਕੀ ਰੀਤ ਥਰਕਾਈ ਹੈ ਅਜਰ ਬੀਚ। ਇੱਕਦਮ ਸਾਧ ਸੰਗਤ ਜੀ ਜਿਵੇਂ ਬਿਜਲੀ ਦੀ ਆਵਾਜ਼ ਨਹੀਂ ਆਉਂਦੀ, ਉਹ ਆਵਾਜ਼ ਆਈ ਜੀ ਇੱਕਦਮ ਜੀ। ਹਾਂਜੀ। ਸਭ ਕੇ ਬਿਲੋਚਨ ਗਏ ਹੈ ਮੁੰਦ ਤੇ ਹੀ ਛਿਨ। ਜਿੰਨੇ ਲੋਕ ਸਨ ਸਾਰਿਆਂ ਨੇ ਉਹ ਪ੍ਰਕਾਸ਼ ਵੇਖਿਆ ਜੀ। ਜਦੋਂ ਉਹਦੇ ਸਰੀਰ ਵਿੱਚੋਂ ਰੂਹ ਨਿਕਲੀ ਹੈ ਨਾ, ਸਭ ਲੋਕਾਂ ਨੇ ਪ੍ਰਕਾਸ਼ ਵੇਖ ਰਹੇ ਆ, ਪਰ ਅਚਾਨਕ ਹੀ ਸਭ ਦੀਆਂ ਅੱਖਾਂ ਬੰਦ ਹੋ ਗਈਆਂ ਨੇ। ਇਹ ਗੁਰੂ ਕੀ ਵਡਾਲੀ ਵਿੱਚ ਮਾਤਾ ਜੀ ਦੇ ਵਿਹੜੇ ਦਾ ਸੀਨ ਹੈ। ਹਾਂਜੀ। ਬੋਲਤ ਨਾ ਬੈਨ ਕੋਈ ਹੇਰ ਕੈ ਕਰਮ ਨੀਚ। ਸਾਰੇ ਬੋਲ ਨਹੀਂ ਕੋਈ ਵੀ ਰਿਹਾ ਵੀ ਪਤਾ ਨਹੀਂ ਇਹ ਕੀ ਖੇਡ ਬਣੀ ਹੈ। ਹਾਂਜੀ। ਹਾਥ ਜੁਗ ਪਾਵ ਕੋ ਪਸਾਰ ਕੈ ਪਰੀ ਹੈ ਧਰ। ਉਧਰ ਦਾਈ ਜਿਹੜੀ ਆ, ਹੱਥ ਦੋਵੇਂ ਕਿਤੇ ਪਏ ਆ, ਭਾਵ ਪੂਰਾ ਸਰੀਰ ਖੁੱਲਾ ਉਹਦਾ ਉਵੇਂ ਮਰੀ ਪਈ ਹੈ ਜੀ। ਹਾਂਜੀ। ਦਾਸ ਗਨ ਦਾਸੀ ਮਿਲ ਦੇਖੀ ਹੈ ਗ੍ਰਸੀ ਹੈ ਮੀਚ। ਤੇ ਸਭ ਦਾਸ ਦਾਸੀਆਂ ਜਿਹੜੇ ਆ ਉਹ ਮਹਿਸੂਸ ਕਰਦੇ ਆ, ਜ਼ਰੂਰ ਇਸ ਦਾਈ ਨੇ ਕੋਈ ਪਾਪ ਕੀਤਾ ਹੈ। ਗੁਰੂ ਘਰ ਦੀ ਖੇਡ ਹੈ, ਜਾਰੀ ਕਲਾ ਵਰਤਦੀ ਹੈ। ਹਾਂਜੀ। ਜੀਵ ਗਇਓ ਉਪਰ ਅਪਰ ਦੇਹ ਧਾਰ ਕਰ। ਮੂਰਛਤ ਕੋਈ ਲਖ ਤਾਂ ਕੇ ਮੁਖ ਬਾਰ ਸੀਚ। ਗੱਜ ਕੇ ਆਖੋ। ਫਿਰ ਕੀ ਸੀ, ਜਿਹੜੀ ਰੂਹ ਨਿਕਲੀ ਨਾ ਜੀ ਉਸ ਦਾਈ ਦੇ ਸਰੀਰ ਵਿੱਚੋਂ, ਉਹ ਰੂਹ ਉੱਪਰ ਜਦੋਂ ਗਈ ਜੀ, ਉਹਦੇ ਤਨ ਤੇ ਬੜੇ ਸੋਹਣੇ ਕੱਪੜੇ ਪੈ ਗਏ ਜੀ। ਉਹਦਾ ਰੂਪ ਬੜਾ ਸੋਹਣਾ ਬਣ ਗਿਆ।
ਕੁਝ ਦਾਸੀਆਂ ਨੇੜੇ ਹੋਈਆਂ ਸਰੀਰ ਦੇ ਦੀ, ਮਰੀ ਹੋਈ ਦੇ, ਥੱਲੇ ਸਰੀਰ ਰਹਿ ਗਿਆ, ਉੱਪਰ ਰੂਹ ਚਲੇ ਗਈ। ਰੂਹ ਸੱਜ ਗਈ ਜੀ, ਰੂਹ ਦਾ ਭਲਾ ਹੋ ਗਿਆ ਜੀ। ਤੇ ਲੋਕ ਉਹਦੇ ਮੂੰਹ 'ਚ ਪਾਣੀ ਪਾਉਂਦੇ ਵੀ ਸ਼ਾਇਦ ਬੇਹੋਸ਼ ਹੋਈ ਹੈ, ਪਰ ਬਹੁਤ ਸਾਰੇ ਲੋਕ ਕਹਿੰਦੇ ਬੇਹੋਸ਼ ਨਹੀਂ ਹੋਈ, ਮਾਰੀ ਗਈ ਹੈ। ਹਾਂਜੀ। ਦੋਹਰਾ ਇਸ ਪ੍ਰਕਾਰ ਜਬ ਮਰ ਗਈ ਅਪਰ ਦੇਹ ਧਰ ਸੋਏ। ਸਾਧ ਸੰਗਤ ਜੀ, ਜਦੋਂ ਇਸ ਤਰੀਕੇ ਨਾਲ ਉਹ ਦਾਈ ਮਰ ਗਈ ਹੈ ਨਾ, ਉੱਪਰ ਜਾ ਕੇ ਉਹਦਾ ਨਵਾਂ ਭੇਖ ਬਣ ਗਿਆ ਜੀ, ਕੱਪੜੇ ਨਵੇਂ ਪੈ ਗਏ, ਚਿਹਰਾ ਮੂਰਾ ਵਧੀਆ ਹੋ ਗਿਆ, ਰੂਹ ਦਾ ਭੇਖ ਸੀਗਾ ਜਿਹੜਾ ਜੀ। ਹਾਂਜੀ। ਛਪ ਆਕਾਸ਼ ਮੈਂ ਭੇਦ ਨਿਜ ਭਨਤ ਸੁਨਤ ਸਭ ਕੋਏ। ਤੇ ਫਿਰ ਰੱਬ ਖੇਡ ਵਰਤਾ ਦਿੰਦਾ ਸਾਰੀ ਜੀ। ਉਹ ਵਿਖੀ ਨਹੀਂ ਕਿਸੇ ਨੂੰ, ਪਰ ਉਹ ਕਹਿ ਰਹੀ ਹੈ ਮੈਂ ਉਹੋ ਹੀ ਦਾਈ ਹਾਂ ਜਿਹੜੀ ਮਰੀ ਪਈ ਆ। ਆਵਾਜ਼ ਆਉਣ ਲੱਗੀ ਜੀ, ਆਵਾਜ਼, ਉਹਦੀ ਆਵਾਜ਼ ਜਿੰਨੇ ਬੈਠੇ ਨੇ ਖਲੋਤੇ ਨੇ ਵਡਾਲੀ ਵਿੱਚ, ਸਾਰਿਆਂ ਦੇ ਕੰਨਾਂ ਵਿੱਚ ਪਈ ਜੀ, ਉਹਦੀ ਰੂਹ ਦੀ ਆਵਾਜ਼ ਜੀ। ਹਾਂਜੀ। ਦੋਹਰਾ ਦੁਰੀ ਗਗਨ ਮੈਂ ਬਚਨ ਕਹੈ। ਕਹਿਣ ਲੱਗੇ ਆਕਾਸ਼ ਦੇ ਵਿੱਚ ਛੁਪ ਕੇ ਉਹ ਦਾਈ ਬੋਲਣ ਲੱਗੀ ਜੀ। ਡਰਹੋ ਨਾ ਮੋਤੇ ਕੋਏ। ਕਹਿਣ ਲੱਗੀ ਮੈਥੋਂ ਡਰੋ ਨਾ ਕੋਈ। ਹਾਂਜੀ। ਸਭ ਪ੍ਰਸੰਗ ਸੁਣ ਲੀਜੀਏ। ਮੇਰੀ ਸਾਰੀ ਕਥਾ ਸੁਣ ਲਓ। ਕਹਿਣ ਲੱਗੀ ਮੈਂ ਕੌਣ ਸਾਂ। ਕਹਿਣ ਲੱਗੀ ਭਇਓ ਕਹਉ ਮੈਂ ਸੋਏ। ਮੈਂ ਸਾਰਿਆਂ ਨੂੰ ਦੱਸਣ ਲੱਗੀ ਆ, ਮੇਰੀ ਕਥਾ ਸੁਣ ਲਓ। ਕਹਿਣ ਲੱਗੀ ਚੰਗੀ ਤਰ੍ਹਾਂ ਸਾਰੇ। ਹਾਂਜੀ। ਸਵਈਆ ਛੰਦ ਪੂਰਬ ਜਨਮ ਮੋਹੇ ਗੰਧਰਬੀ। ਕਹਿਣ ਲੱਗੀ ਸੁਣੋ, ਇਹ ਸਾਰੇ ਸੁਣ ਰਹੇ, ਮਾਤਾ ਗੰਗਾ ਜੀ ਵੀ ਸੁਣ ਰਹੇ ਆ। ਕਹਿਣ ਲੱਗੀ ਮੈਂ ਉਹ ਦਾਈ ਬੋਲਦੀ ਜਿਹੜੀ ਮਰੀ ਪਈ ਥੱਲੇ, ਪਰ ਸੁਣ ਲਓ ਮੇਰਾ ਪਿਛਲਾ ਜਨਮ ਜਿਹੜਾ ਸੀ ਉਹ ਗੰਧਰਵੀ ਦਾ ਸੀਗਾ ਜੀ। ਇਹ ਸਾਧ ਸੰਗਤ ਜੀ ਸਵਰਗ ਵਿੱਚ ਹੁੰਦੇ ਆ ਜੀ, ਗੰਧਰਵ ਤੇ ਗੰਧਰਵੀਆਂ। ਗੰਧਰਵ ਕਹਿੰਦੇ ਜਿਹੜਾ ਬਹੁਤ ਸੋਹਣਾ ਗਾਵੇ ਜੀ, ਗੰਧਰਵੀਆਂ ਕਹਿੰਦੇ ਨ੍ਰਿਤਕਾਰੀਆਂ ਨੂੰ ਤੇ ਗਾਉਣ ਵਾਲੀਆਂ ਨੂੰ ਜੀ। ਕਹਿਣ ਲੱਗੀ ਮੈਂ ਗੰਧਰਵੀ ਆ, ਸਵਰਗ 'ਚ ਰਹਿਨੀ ਸਾਂ। ਹਾਂਜੀ। ਸਕਲ ਸ਼ਕਤ ਜੁਤ ਮੈਂ ਮਨ ਮਾਨ। ਜਿੰਨੀਆਂ ਗੰਧਰਵੀਆਂ ਸਨ ਮੈਂ ਸਾਰਿਆਂ ਵਿੱਚੋਂ ਜ਼ਿਆਦਾ ਸ਼ਕਤੀ ਵਾਲੀ ਸਾਂ। ਰੂਪ ਮੇਰਾ ਬੜਾ ਸੋਹਣਾ, ਮੇਰੇ ਮਨ 'ਚ ਮਾਣ ਬੜਾ ਸੀਗਾ। ਹਾਂਜੀ। ਗਾਵਨ ਵਿਦਿਆ ਬਿਖੈ ਨਿਪੁੰਨ। ਕਹਿਣ ਲੱਗੀ ਮੈਂ ਗਾਉਣ ਦੇ ਵਿੱਚ ਬੜੀ ਨਿਪੁੰਨ ਹਾਂ, ਮੇਰੇ ਤੋਂ ਵਧੀਆ ਕੋਈ ਗਾਉਂਦਾ ਨਹੀਂ ਸੀ। ਹਾਂਜੀ। ਬਹੁ ਸੁੰਦਰ ਅਤ ਸਰੂਪ ਦੁੱਤਵਾਨ। ਗੰਧਰਵੀਆਂ, ਰੂਪ ਵੀ ਬੜਾ ਸੋਹਣਾ ਹੈ ਮੇਰਾ। ਹੁਣ ਉਹ ਸਾਰੇ ਉਹਦੀ ਗੱਲ ਧਿਆਨ ਨਾਲ ਸੁਣ ਰਹੇ ਜੀ। ਹਾਂਜੀ। ਸੁਰਗ ਸਦਾ ਵਿਚਰਤ ਸੁਖ ਪਾਵਤ। ਮੈਂ ਤੇ ਸਵਰਗ ਦੇ ਵਿੱਚ ਵਸਦੀ ਸਾਂ, ਬੜੇ ਸੁਖ ਪਾਉਂਦੀ ਸਾਂ। ਇੱਕ ਦਿਨ ਸੁਰਨ ਸਭਾ ਕੇ ਥਾਨ। ਦੇਵਤਿਆਂ ਦੀ ਸਭਾ ਲੱਗੀ ਹੋਈ ਹੈ ਤੇ ਦੇਵਤਿਆਂ ਦੀ ਸਭਾ ਦੇ ਵਿੱਚ ਮੈਨੂੰ ਗਾਉਣ ਦਾ ਮੌਕਾ ਮਿਲਿਆ ਸੀਗਾ। ਮੈਂ ਗਾਉਣ ਗਈ ਸਾਂ ਉੱਥੇ। ਹਾਂਜੀ। ਕਰਤ ਗਾਨ ਬਹੁਤਾਨ ਮਿਲਾਵਤ। ਬਹੁਤ ਉੱਚੀ ਉੱਚੀ ਮੈਂ ਗਾ ਰਹੀ ਸਾਂ, ਤਾਨਾ ਗਾ ਰਹੀ ਸਾਂ। ਪਤਾ ਲੱਗਦਾ ਸੀਗਾ ਵੀ ਮੈਂ ਕੋਈ ਗਾ ਰਿਹਾ ਹੈ ਜੀ। ਸੁਨਤ ਕਾਨ ਸੋ ਹੋਏ ਬਿਮਰਾਮ। ਕਹਿਣ ਲੱਗੀ ਮੇਰੀ ਆਵਾਜ਼ ਇੰਨੀ ਜ਼ਿਆਦਾ ਸੋਹਣੀ ਸੀ, ਜਿਹੜਾ ਸੁਣਦਾ ਸੀ ਮੋਹਿਤ ਹੀ ਹੋ ਜਾਂਦਾ ਸੀਗਾ ਜੀ। ਐਡੀ ਸੋਹਣੀ ਆਵਾਜ਼। ਹਾਂਜੀ। ਤਬ ਸੁਰ ਗੁਰ ਆਇਓ ਕਿਸ ਕਾਰਨ। ਤੇ ਉਸ ਸਮੇਂ ਉਸ ਸਵਰਗ ਦੇ ਵਿੱਚ ਦੇਵਤਿਆਂ ਦਾ ਗੁਰੂ ਆਇਆ। ਕਹਿਣ ਲੱਗੀ ਜਿਹਦੇ ਕੋਲ ਸਾਰੇ ਪੜ੍ਹਦੇ ਸਿੱਖਦੇ ਸੀਗੇ। ਹੇਰਤ ਉੱਠੇ ਸਭਾ ਸੁਰ ਬ੍ਰਿੰਦ। ਜਦੋਂ ਉਹ ਗੁਰੂ ਆਇਆ ਦੇਵਤਿਆਂ ਦਾ, ਦੇਵਤਿਆਂ ਨੇ ਉੱਠ ਕੇ ਵੇਖਿਆ ਵੀ ਸਾਡਾ ਗੁਰੂ ਹੈ। ਸਾਰੇ ਦੇਵਤੇ ਉੱਠ ਕੇ ਖਲੋ ਗਏ ਜੀ, ਗੁਰੂ ਦਾ ਸਤਿਕਾਰ ਕੀਤਾ।
ਹਾਂਜੀ, ਸਾਦਰ ਨਮੋ ਕੀਨ ਵੱਡ ਜਾਣਿਓ। ਸਾਰਿਆਂ ਨੇ ਉੱਠ ਕੇ ਸਤਿਕਾਰ ਕੀਤਾ, ਨਮਸਕਾਰ ਕੀਤੀ ਹੈ ਉਹਨੂੰ। ਬ੍ਰਹਮ ਵਿਦਿਆ ਮੈਂ ਨਿਪੁੰਨ ਬਿਲੰਦ। ਕਿਉਂ? ਉਹ ਗੁਰੂ ਬ੍ਰਹਮ ਵਿਦਿਆ ਵਿੱਚ ਨਿਪੁੰਨ ਹੈ, ਬ੍ਰਹਮ ਵਿਦਿਆ ਚ ਨਿਪੁੰਨ ਹੈ। ਸਭ ਦੇਵਤਿਆਂ ਨੇ ਉੱਠ ਕੇ ਗੁਰੂ ਦਾ ਸਤਿਕਾਰ ਕੀਤਾ। ਬੈਠਿਓ ਆਨ ਸਬਨ ਕਹੋ ਦੇਖਤ, ਹਾਂਜੀ। ਰਾਗ ਰੰਗ ਮੈਂ ਭਏ ਆਨੰਦ। ਕਹਿਣ ਲੱਗੇ ਉਹ ਸਾਰਿਆਂ ਵਿੱਚ ਆ ਕੇ ਉਹ ਬੈਠ ਗਿਆ ਤੇ ਵੇਖਣ ਦਿਆ ਵੀ ਸਾਰੇ ਰਾਗ ਦਾ ਆਨੰਦ ਲੈ ਰਹੇ ਹੈ। ਹਾਂਜੀ, ਮਮ ਦੇਸ਼ ਲਖ ਕਰ ਜਾਨ ਮਾਨ ਵੱਡ। ਪਰ ਸਾਰੇ ਦੇਵਤੇ ਉੱਠੇ, ਗੁਰੂ ਜੀ ਆਏ ਨੇ, ਮੈਂ ਨਹੀਂ ਉੱਠੀ ਕਹਿਣ ਲੱਗੀ। ਕਿਉਂ? ਮੈਨੂੰ ਮਾਣ ਸੀਗਾ ਵੀ ਮੈਂ ਤੇ ਬਹੁਤ ਸੋਹਣਾ ਗੰਧਰਵੀ ਆ, ਮੇਰੇ ਤੋਂ ਵਧੀਆ ਗਾਉਂਦਾ ਹੀ ਕੋਈ ਨਹੀਂ, ਨਾਲੇ ਸਾਰੇ ਦੇਵਤੇ ਮੈਨੂੰ ਸੁਣ ਰਹੇ ਆ। ਕਹਿਣ ਲੱਗੇ ਉਹ ਗੁਰੂ ਨੇ ਮੇਰੇ ਮਨ ਦੀ ਗੱਲ ਜਾਣ ਲਈ ਵੀ ਇਹ ਤੇ ਹੰਕਾਰੀ ਗਈ ਹੈ। ਕਹਿੰਦੇ ਹੰਕਾਰਿਆ ਸੋ ਮਾਰਿਆ। ਜਿਹਨੂੰ ਆ ਗਿਆ ਹੰਕਾਰ ਸਮਝੋ ਉਹ ਗਿਆ ਜੀ। ਗੁਰੂ ਨੇ ਕਿਹਾ ਵੀ ਪੜ੍ਹਿਓ ਅੱਗੇ। ਵੱਡ ਇਹ ਦੁਸ਼ਟਾਚਾਰਣ ਮਤ ਮੰਦ। ਉਹਨੇ ਕਿਹਾ ਵੀ ਇਹ ਬੜੀ ਦੁਸ਼ਟ ਮਤ ਦੀ ਹੈਗੀ ਹੈ, ਬੜੀ ਮੈਲੀ ਮਤ ਹੈਗੀ ਇਹਦੀ। ਕੋਈ ਵੀ ਹੈ, ਗੁਰੂ ਹੈ, ਉਹਦਾ ਸਤਿਕਾਰ ਕਰਨ ਲਈ ਤੇ ਉੱਠਣਾ ਹੀ ਚਾਹੀਦਾ ਹੈ ਜੀ। ਹਾਂਜੀ, ਗਾਵਨ ਆਰਸ ਰੂਪ ਵੱਡ ਮੇਰੋ, ਇਹ ਗਨ ਜਾਨ ਤਰਤ ਹੰਕਾਰ। ਉਹਨੇ ਇਹ ਕਿਹਾ ਸਾਰਿਆਂ ਵਿੱਚ ਇਸ ਗੰਧਰਵੀ ਨੂੰ ਆਪਣੇ ਸੋਹਣੇ ਰੂਪ ਦਾ, ਤੇ ਮੈਂ ਬਹੁਤ ਸੋਹਣਾ ਗਾਉਨੀ ਆ, ਇਹਨੂੰ ਹੰਕਾਰ ਹੋ ਗਿਆ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਬਚਾਉਣ ਜੀ। ਸੋਹਣਾ ਰੂਪ ਵੀ ਨਹੀਂ ਬੰਦੇ ਨੂੰ ਟਿਕਣ ਦਿੰਦਾ, ਤੇ ਜੇ ਪੱਲੇ ਗੁਣ ਹੋਵੇ ਤੇ ਉਹ ਵੀ ਨਹੀਂ ਤੇ ਟਿਕਣ ਦਿੰਦੇ ਜੀ। ਇਹ ਤੇ ਕੋਈ ਹੈ ਰੱਬ ਦਾ ਪਿਆਰਾ ਜਿਹਦੇ ਕੋ ਗੁਣ ਵੀ ਹੋਣ ਤੇ ਨਿਮਰਤਾ ਵੀ ਹੋਵੇ ਜੀ। ਹਾਂਜੀ, ਸੁਰਨ ਸਭਾ ਕੇ ਉਚਿਤ ਨਾ ਦੁਸ਼ਟਾ ਨਹਿ। ਉਹਨੇ ਫਿਰ ਗੁਰੂ ਨੇ ਆਖਿਆ, ਕਹਿਣ ਲੱਗੀ ਵੀ ਇਹ ਦੇਵਤਿਆਂ ਦੀ ਸਭਾ ਵਿੱਚ ਬਹਿਣ ਦੇ ਯੋਗ ਨਹੀਂ ਹੈਗੀ, ਇੰਨੀ ਹੰਕਾਰਣ। ਮਨ ਜਾਣਿਓ ਮੋਹੇ ਉਧਾਰ। ਕਹਿਣ ਲੱਗੇ ਉਹਨੇ ਮੈਨੂੰ ਇਹ ਲਾਇਕ ਹੀ ਨਹੀਂ ਸਮਝਿਆ ਵੀ ਮੈਂ ਦੇਵਤਿਆਂ ਦੀ ਸਭਾ ਵਿੱਚ ਬੈਠਾ। ਅਪਰ ਸਰਬ ਹੀ ਮਾਨੈ ਦੀਰਗ, ਇੰਦਰ ਆਦ ਜੇ ਤਿਕ ਬਲ ਭਾਰ। ਤੇ ਬਾਕੀ ਸਾਰੇ ਉਹਨੂੰ ਵੱਡੇ ਮੰਨਦੇ ਸੀਗੇ। ਗੁਰੂ ਨੂੰ ਕਹਿਣ ਲੱਗੇ ਭਾਵੇਂ ਇੰਦਰ ਹੈ, ਬਲੀ ਹੈ, ਜਿੰਨੇ ਵਰਜੀ ਵੱਡੇ ਬਲੀ ਦੇਵਤੇ ਸਨ, ਸਾਰੇ ਗੁਰੂ ਦਾ ਸਤਿਕਾਰ ਕਰਦੇ ਸਨ। ਆਪਣੇ ਆਪਣੇ ਗੁਰੂ ਦਾ ਹਰ ਕੋਈ ਸਤਿਕਾਰ ਕਰਦਾ ਹੈ ਤੇ ਕਰਨਾ ਵੀ ਚਾਹੀਦਾ ਹੈ ਜੀ। ਹਾਂਜੀ, ਦੰਡ ਜੋਗ ਹੈ ਦੇਉ ਸਰਾਪ, ਇਸ ਗਰਭ ਬਿਨਾਸ਼ੈ ਇਸੀ ਪ੍ਰਕਾਰ। ਤੇ ਉਹਨੇ ਫਿਰ ਗੁਰੂ ਨੇ ਸਾਰਿਆਂ ਵਿੱਚ ਕਿਹਾ ਵੀ ਇਹਨੂੰ ਦੰਡ ਮਿਲਣਾ ਚਾਹੀਦਾ ਹੈ। ਦੇਵਤੇ ਤੇ ਬੜੇ ਵਧੀਆ ਸੁਭਾਅ ਦੇ ਮਾਲਕ ਹੁੰਦੇ, ਤੇ ਇਹ ਹੰਕਾਰਨ ਵਿੱਚ ਕਿੱਥੋਂ ਤੁਰੀ ਫਿਰਦੀ ਹੈ। ਉਹਨੇ ਫਿਰ ਮੈਨੂੰ ਕਹਿਣ ਲੱਗੇ ਇਹ ਗੱਲ ਕਹੀ। ਸਭ ਵਡਾਲੀ ਦੇ ਲੋਕ ਧਿਆਨ ਨਾਲ ਉਹਦੀ ਗੱਲ ਸੁਣ ਰਹੇ। ਆਕਾਸ਼ ਚੋਂ ਆਵਾਜ਼ ਆ ਰਹੀ ਜੀ। ਹਾਂਜੀ, ਇਮ ਵਿਚਾਰ ਕਰ ਸਰਾਪ ਦੀਨ ਤਬ। ਇਹ ਵਿਚਾਰ ਕੇ ਦੇਵਤਿਆਂ ਦੇ ਗੁਰੂ ਨੇ ਮੈਨੂੰ ਸਰਾਪ ਦਿੱਤਾ ਜੀ। ਦਾਈ ਕਹਿ ਰਹੀ ਹੈ ਮਿਰਤ ਮੰਡਲ ਮੈਂ ਹੈ ਜਨਮ ਸੋ ਧਾਰ। ਉਹਨੇ ਕੀ ਆਖਿਆ? ਚੱਲ ਮਿਰਤ ਮੰਡਲ ਚ ਚੱਲ, ਉਥੇ ਜਨਮ ਲੈ ਹੁਣ ਜਾ ਕੇ। ਹਾਂਜੀ, ਜਾਏ ਕਰਮ ਤਾਇਨ ਕੇ ਕਰ ਕੈ, ਹੇਤ ਜੀਵ ਕਾ ਕਰੋ ਆਹਾਰ। ਮਿਰਤ ਮੰਡਲ ਚ ਜਾ, ਜਨਮ ਲੈ, ਤੈਨੂੰ ਜਨਮ ਦੀ ਪੀੜਾ ਹੋਵੇ, ਜਨਮ ਦੇ ਦੁੱਖ ਸੁੱਖ ਭੋਗਣੇ ਪੈਣ, ਤੇ ਦਾਈ ਬਣ ਕੇ ਆਪਣਾ ਗੁਜ਼ਾਰਾ ਕਰ ਜਾ ਕੇ। ਹਾਂਜੀ, ਪਾਪ ਕਮਾਵੋ ਹੋ ਜੀਵਨ ਦੁਖ ਕਰ, ਧਰੋ ਦੇਹ ਜੇ ਮਹਿਦ ਗਵਾਰ। ਗੱਜ ਕੇ ਆਖੋ ਵਾਹਿਗੁਰੂ। ਤੇ ਮੇਰੇ ਗੁਰੂ ਨੇ, ਵਾਹਿਗੁਰੂ ਦੇਵਤਿਆਂ ਦੇ ਗੁਰੂ ਨੇ ਕਹਿਣ ਲੱਗੀ ਮੈਨੂੰ ਕਿਹਾ ਸੀ ਵੀ ਉਥੇ ਦਾਈ ਦੀ ਜੂਨ ਵਿੱਚ ਵੀ ਤੈਨੂੰ ਸੁੱਖ ਨਹੀਂ ਮਿਲਣਾ, ਤੂੰ ਪੁੱਠੇ ਹੀ ਕੰਮ ਕਰਨੇ ਆ ਉੱਥੇ। ਆਪਾਂ ਵੀ ਜੂਨ ਹੀ ਭੁਗਤ ਰਹੇ ਆ ਸਾਰੇ।
ਪਰ ਵੇਖੋ ਮਹਾਰਾਜ ਨੇ ਸਾਨੂੰ ਆਪਣੇ ਚਰਨਾਂ 'ਚ ਬਿਠਾਇਆ, ਚੰਗੇ ਕੰਮੇ ਲਾਇਆ ਜੀ। ਉਹਨਾਂ ਕਿਹਾ ਵੀ ਜਾ ਉੱਥੇ ਗਵਾਰ ਵਾਂਗੂ ਰਹੇਂਗੀ, ਤੂੰ ਗਵਾਰ ਵਾਂਗੂ। ਹਾਂਜੀ। ਮਦਰ ਦੇਸ਼ ਮਹਿ ਵਿਚਰੋ ਜਿਤ ਕਿਤ, ਭੋਗੋ ਦੁਖ ਹੋਇ ਕਰ ਬਿਰ ਬੁਰਿਆਰ। ਪੰਜਾਬ ਦੇ ਵਿੱਚ ਜਾ ਕੇ ਵਿਚਰੇਂਗੀ, ਦੁੱਖ ਭੋਗੇਂਗੀ, ਖਾਣ ਨੂੰ ਤੈਨੂੰ ਮਿਲਿਆ ਨਹੀਂ ਕੁਝ ਕਰੇਗਾ। ਤੇ ਵੱਡੀ ਗੱਲ, ਤੈਨੂੰ ਗਾਉਣ ਦੀ ਸਾਰੀ ਸੋਝੀ ਭੁੱਲ ਜਾਏਗੀ। ਤੈਨੂੰ ਇਹ ਵੀ ਸੋਝੀ ਨਹੀਂ ਰਹੇਗੀ ਵੀ ਤੂੰ ਗੰਧਰਵੀ ਸਾਂ। ਵੇਖ ਲਓ ਨਿੱਕੀ ਜੀ ਭੁੱਲ ਕਿੱਥੇ ਲੈ ਜਾਂਦੀ ਬੰਦੇ ਨੂੰ। ਥੋੜਾ ਜਿਹਾ ਹੰਕਾਰ ਬੰਦੇ ਨੂੰ ਪਰਾਂ ਸੁੱਟ ਦਿੰਦਾ ਜੀ। ਹਾਂਜੀ। ਮੈਂ ਕਰ ਜੋਰੇ ਸੁਰ ਗੁਰ ਆਗੇ। ਕਹਿਣ ਲੱਗੀ ਮੈਂ ਫਿਰ ਦੇਵਤਿਆਂ ਦੇ ਗੁਰੂ ਅੱਗੇ ਹੱਥ ਜੋੜ ਲਏ। ਕਬ ਮੇਰੋ ਪੁੰਨ ਹੋਏ ਉਧਾਰ। ਗੁਰੂ ਜੀ ਬਚਨ ਤੋਂ ਜਿਹੜਾ ਤੁਸੀਂ ਕਹਿਣਾ ਸੀ ਉਹ ਵਰਤਣਾ ਹੀ ਹੈ। ਮੇਰਾ ਉਧਾਰ ਕਦੋਂ ਹੋਏਗਾ? ਹਾਂਜੀ। ਗਰਭ ਕੀਨ ਤਿਸ ਕੋ ਫਲ ਪਾਇਓ, ਤੁਮ ਕਿਰਪਾਲ ਹੋ ਸਦਾ ਉਦਾਰ। ਮੈਂ ਹੰਕਾਰ ਦਾ ਫਲ ਤੇ ਪਾਉਣਾ ਹੀ ਹੈ ਹੁਣ, ਪਰ ਮੈਂ ਤੇ ਹੰਕਾਰੀ ਹਾਂ, ਤੁਸੀਂ ਤੇ ਪਰਉਪਕਾਰੀ ਹੋ ਨਾ, ਕਹਿਣ ਲੱਗੇ। ਹਾਂਜੀ। ਇਸਤਰੀ ਮਤ ਪੀਛੇ ਸੁਧ ਆਵਤ, ਨਿਜ ਸਰੂਪ ਗੁਣ ਕੇ ਹੰਕਾਰ। ਇਸਤਰੀ ਮਾਤਾਂ ਕੰਮ ਹੋਣ ਤੋਂ ਬਾਅਦ ਹੀ ਸੋਝੀ ਆਉਂਦੀ ਹੈ। ਇਹਦਾ ਭਾਵ ਕੋਈ ਬੁਰਾ ਲਾ ਲੇ ਆਪਣੇ ਆਪ ਨੂੰ, ਉਹ ਕਹਿ ਰਹੀ ਹੈ ਜੀ, ਆਪਣੇ ਆਪ ਨੂੰ ਹੀਣ ਸਮਝ ਕੇ ਕਹਿ ਰਹੀ ਹੈ। ਤੇ ਕਹਿਣ ਲੱਗੀ ਮੈਨੂੰ ਆਪਣੇ ਗੁਣਾਂ ਦਾ, ਰੂਪ ਦਾ ਹੰਕਾਰ ਸੀਗਾ। ਹਾਂਜੀ। ਸਾਧੂ ਸ਼ਿਮਾ ਸਾਧੂ ਸਦਾ ਸ਼ਿਮਾ ਕੋ ਧਾਰਕ। ਪਰ ਸਾਧੂ ਤੇ ਸਦਾ ਹੀ ਮਾਫ ਕਰਦੇ ਆ। ਕੱਜ ਕੇ ਆਖੋ ਵਾਹਿਗੁਰੂ। ਸਾਧੂ ਕਠੋਰ ਹੋਵੇ, ਸਾਧੂ ਨਹੀਂ ਹੈਗਾ ਉਹ ਸਾਧ ਸੰਗਤ। ਸਾਧੂ ਦਇਆਵਾਨ ਹੈ, ਸਾਧੂ ਮਿਹਰਬਾਨ ਹੈ। ਗੁਰੂ ਅਰਜਨ ਸਾਹਿਬ ਸਾਧੂ ਦੇ ਗੁਣ ਦੱਸਦੇ ਬਾਣੀ ਵਿੱਚ, ਕਹਿੰਦੇ ਉਪਦੇਸ਼ੰਗ ਸਮ ਮਿੱਤਰ ਸਤਰਹਿ। ਉਹਦੇ ਲਈ ਦੁਸ਼ਮਣ ਹੋਵੇ, ਉਹਦੇ ਲਈ ਮਿੱਤਰ ਹੋਵੇ, ਦੋਵਾਂ ਨੂੰ ਬਰਾਬਰ ਹੀ ਉਪਦੇਸ਼ ਦਿੰਦਾ ਜੀ ਸਾਧੂ। ਕਹਿਣ ਲੱਗੀ ਮੈਂ ਫਿਰ ਆਗਿਆ, ਵਾਹਿਗੁਰੂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਪਰਉਪਕਾਰੀ ਹੋ, ਮੇਰੇ ਬਾਰੇ ਸੋਚੋ ਹੁਣ ਕੁਝ। ਹਾਂਜੀ। ਆਪਕਾਰੀ ਪਰ ਵੀ ਉਪਕਾਰ। ਸਾਧੂ ਤੇ ਬੁਰਾ ਕਰਨ ਵਾਲਿਆਂ ਦਾ ਵੀ ਭਲਾ ਹੀ ਕਰਦੇ ਹੈ, ਤੇ ਮੇਰੇ ਕੋਲ ਤਾਂ ਨਿੱਕੀ ਜੀ ਗਲਤੀ ਹੋ ਗਈ ਹੈ। ਹਾਂਜੀ। ਸੁਰ ਗੁਰ ਭਰਨਿਓ ਹੂੰ ਹੈ ਗੁਰ ਅਰਜਨ। ਆਖੋ ਵਾਹਿਗੁਰੂ। ਵਾਹਿਗੁਰੂ। ਸਵਰਗ ਵਿੱਚ ਦੇਵਤਿਆਂ ਦਾ ਗੁਰੂ ਉਸ ਗੰਧਰਵੀ ਨੂੰ ਕਹਿ ਰਿਹਾ, ਕਹਿੰਦਾ ਫਿਰ ਠੀਕ ਹੈ, ਗੁਰੂ ਅਰਜਨ ਦੇਵ ਮਹਾਰਾਜ ਧਰਤੀ ਤੇ ਆਉਣਗੇ। ਹਾਂਜੀ। ਸ਼੍ਰੀ ਨਾਨਕ ਕੇ ਬੈਠੇ ਥਾਨ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਸਥਾਨ ਤੇ ਬੈਠਣਗੇ, ਉਹਨਾਂ ਦੀ ਗੱਦੀ ਉੱਤੇ ਬੈਠਣਗੇ। ਤਿਨ ਕੋ ਪੁੱਤਰ ਜਨਮ ਜਬ ਧਾਰੈ ਹੈ। ਤੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਪੁੱਤਰ ਦਾ ਜਨਮ ਹੋਏਗਾ, ਤਿਸ ਕੇ ਸਾਥ ਮੇਲ ਨਿਜ ਠਾਨ। ਤੇਰਾ ਮੇਲਾ ਉਹਦੇ ਪੁੱਤਰ ਨਾਲ ਹੋਏਗਾ। ਹਾਂਜੀ। ਸੋ ਤੇਰੋ ਤਬ ਕਰੇ ਉਧਾਰਨ। ਉਹ ਤੇਰਾ ਉਧਾਰ ਕਰਨਗੇ, ਉਹ ਤੇਰਾ ਉਧਾਰ ਕਰਨਗੇ। ਨਿਜ ਬਲ ਤੇ ਹਨ ਹੈ ਗੋ ਪ੍ਰਾਨ। ਆਪਣਾ ਬਲ ਲਾਉਣਗੇ ਤੇ ਆਪਣੇ ਬਲ ਦੇ ਨਾਲ ਤੇਰੇ ਸਰੀਰ ਵਿੱਚੋਂ ਪ੍ਰਾਣ ਕੱਢਣਗੇ। ਹਾਂਜੀ। ਬਹੁਰ ਸਰੀਰ ਪ੍ਰਾਪਤ ਹੋਏ ਗੋ, ਗੰਧਰਵੀ ਕੋ ਰੂਪ ਮਹਾਨ। ਜਦੋਂ ਉਹ ਬਲ ਲਾ ਕੇ ਉਸ ਸਰੀਰ ਵਿੱਚੋਂ ਤੇਰੇ ਪ੍ਰਾਣ ਕੱਢ ਦੇਣਗੇ, ਤੂੰ ਮੁੜ ਗੰਧਰਵੀ ਬਣ ਜਾਏਂਗੀ, ਪਰ ਸਜ਼ਾ ਤੇ ਭੁਗਤੇਂਗੀ ਨਾ। ਹਾਂਜੀ। ਭਇਓ ਪਤਨ ਸੁਰ ਗੁਰ ਕੇ ਬਚ ਸੁਨ, ਭਾ ਅਗਿਆਨ ਜਨਮ ਕੋ ਪਾਏ। ਸੋ ਉਹ ਆਕਾਸ਼ ਚੋਂ ਆਵਾਜ਼ ਆ ਰਹੀ ਹੈ, ਕਹਿਣ ਲੱਗੀ ਮੈਂ ਫਿਰ ਉਸ ਸਮੇਂ ਤੋਂ ਸਵਰਗ ਤੋਂ ਹੇਠਾਂ ਆ ਗਈ। ਇੱਕ ਗਰੀਬਾਂ ਦੇ ਘਰ ਮੇਰਾ ਜਨਮ ਹੋਇਆ, ਉੱਥੇ ਮੈਂ ਦਾਈ ਬਣੀ। ਕਹਿਣ ਲੱਗੀ ਹੌਲੀ ਹੌਲੀ ਵੱਡੀ ਹੋਈ, ਦਾਈ ਬਣੀ, ਅਗਿਆਨ 'ਚ ਹੀ ਮੇਰਾ ਜਨਮ ਲੰਘ ਗਿਆ।
ਹਾਂਜੀ। ਚਿਰੰਕਾਲ ਕੀ ਬਿਚਰਤ ਇਤ ਉਤ ਰਾਮਦਾਸਪੁਰ ਬਾਸੀ ਆਏ। ਮਰਨ ਤੋਂ ਬਾਅਦ ਸੋਝੀ ਹੋਈ ਉਹਨੂੰ, ਜੀਂਦਿਆਂ ਜੀ ਨਹੀਂ ਹੋਈ। ਕਹਿਣ ਲੱਗੀ ਮੈਂ ਬੜੇ ਚਿਰਾਂ ਦੀ ਤੁਰੀ ਫਿਰਦੀ ਸੈਂ, ਰਾਮਦਾਸਪੁਰ ਚ ਆ ਕੇ ਵਸ ਗਈ, ਕਹਿਣ ਲੱਗੀ। ਹਾਂਜੀ। ਪ੍ਰਿਥੀਏ ਕੀ ਦਾਸੀ ਮੁਝ ਮਿਲ ਕਰ। ਰੱਬ ਪਾਜ ਕਿਵੇਂ ਖੋਲਦਾ ਹੈ, ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਉਹਨੇ ਆਪਣੇ ਬਾਰੇ ਦੱਸਿਆ ਨਾ, ਉਹ ਆਈ ਕਿਉਂ, ਇਹ ਵੀ ਆਕਾਸ਼ ਚੋਂ ਆਵਾਜ਼ ਆ ਰਹੀ ਹੈ। ਕਹਿਣ ਲੱਗੀ ਸੁਣੋ, ਮੈਨੂੰ ਬਾਬੇ ਪ੍ਰਿਥੀਏ ਦੀ ਦਾਸੀ ਮਿਲੀ ਸੀ, ਕਹਿਣ ਲੱਗੀ। ਹਾਂਜੀ। ਕਰਮੋਂ ਟਿਗ ਪਹੁੰਚਾਈ ਜਾਏ। ਉਹਨੇ ਮੈਨੂੰ ਬੀਬੀ ਕਰਮੋਂ ਦੇ ਕੋਲ ਪਹੁੰਚਾਇਆ। ਹਾਂਜੀ। ਤਿਸਨੇ ਦੀਨ ਰਜਤ ਪਣ ਇੱਕ ਛੱਤ। ਬੀਬੀ ਕਰਮੋਂ ਨੇ 100 ਚਾਂਦੀ ਦੇ ਰੁਪਈਏ ਮੈਨੂੰ ਦਿੱਤੇ ਹੈ। ਇਮ ਸਿੱਖਿਆ ਦੇ ਇਹਾਂ ਪਠਾਏ। ਤੇ ਮੈਨੂੰ ਇਹ ਸਿੱਖਿਆ ਦੇ ਕੇ ਭੇਜਿਆ ਹੈ, ਸਿਖਾ ਕੇ ਭੇਜਿਆ ਸੀ। ਸ਼੍ਰੀ ਅਰਜਨ ਨੰਦਨ ਕੋ ਹਿਤ ਕਰ। ਕੀ ਸਿਖਾਇਆ ਸੀ? ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਮਾਰ ਦੇਣਾ ਹੈ। ਸਾਰੇ ਸੁਣ ਕੇ ਹੈਰਾਨ ਹੋ ਗਏ, ਅੱਛਾ ਇਹ ਬੀਬੀ ਕਰਮੋਂ ਦਾ ਕੰਮ ਹੈ। ਇਹ ਮੋਹ ਪਰ ਕੀਜੈ ਉਪਕਾਰ। ਬੀਬੀ ਕਰਮੋਂ ਨੇ ਤੇ ਕਹਿੰਦੀ ਇਹ ਕਿਹਾ ਸੀ ਵੀ ਮਾਰ ਕੇ ਮੇਰੇ ਤੇ ਉਪਕਾਰ ਕਰ। ਹਾਂਜੀ। ਲੋਭ ਲਹਿਰ ਨੇ ਪ੍ਰੇਨਨ ਕੀਨਸ। ਮੈਨੂੰ ਲੋਭ ਨੇ ਪ੍ਰੇਰਿਆ, ਮੇਰੇ ਮਨ ਚ ਲਾਲਚ ਆ ਗਿਆ। ਮੈਂ ਆਈ ਸੋ ਮਨੋਰਥ ਧਾਰ। ਮੈਂ ਵੀ ਫਿਰ ਉਹ ਮਾਇਆ ਲੈ ਕੇ ਤੇ ਮਹਾਰਾਜ ਨੂੰ ਮਾਰਨ ਆਈ ਸਾਂ, ਕਹਿਣ ਲੱਗੀ। ਕਪਟ ਬੇਸ ਧਰ ਬਾਲਕ ਨਾਸ਼ਨ। ਜ਼ਹਿਰ ਥਨਨ ਮੈਂ ਲੇਪ ਨਿਕਾਰ। ਉਹਨੇ ਫਿਰ ਸਾਰੀ ਗੱਲ ਬੋਲ ਕੇ ਦੱਸੀ ਜੀ, ਨਹੀਂ ਤੇ ਸਾਧ ਸੰਗਤ ਕਿਸੇ ਨੂੰ ਕੀ ਪਤਾ ਲੱਗਣਾ ਸੀ। ਬਹੁਤ ਸਾਰੇ ਆ ਤੇ 6ਵੇਂ ਪਾਤਸ਼ਾਹ ਨੂੰ ਹੀ ਕਹਿਣ ਲੱਗ ਪੈਣਾ, ਵੇਖੋ ਮਾਰ ਦਿੱਤੀ ਬੀਬੀ, ਮਾਰਤੀ ਬਚਪਨ ਚ। ਉਹਨੇ ਖੋਲ ਕੇ ਜਦੋਂ ਭੇਦ ਦੱਸਿਆ, ਮੈਂ ਮਾੜੇ ਮਨ ਨਾਲ ਆਈ ਸਾਂ, ਮੈਂ ਆਪਣੇ ਅੰਗਾਂ ਤੇ ਜ਼ਹਿਰ ਲਾ ਕੇ ਆਈ ਸਾਂ, ਕਹਿਣ ਲੱਗੀ। ਹਾਂਜੀ। ਪ੍ਰਭ ਅਵਤਾਰ ਪੁੱਤਰ ਹੈ ਤੇਰੋ। ਪਰ ਆਕਾਸ਼ ਤੋਂ ਆਵਾਜ਼ ਆਈ ਮਾਤਾ ਗੰਗਾ ਜੀ ਨੂੰ, ਮਾਤਾ ਗੰਗਾ ਜੀ ਤੁਹਾਡਾ ਪੁੱਤਰ ਸਧਾਰਨ ਨਹੀਂ ਹੈ, ਇਹ ਰੱਬ ਆਪ ਹੀ ਹੈ, ਕਹਿਣ ਲੱਗੀ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਪਕਰ ਪਇਓਧਰ ਕੋ ਮੁਝ ਮਾਰ। ਇਸੇ ਕਰਕੇ ਬਲ ਲਾ ਕੇ ਕਹਿਣ ਲੱਗੀ ਮੈਨੂੰ ਮਾਰ ਕੱਟਿਆ ਇਹਨਾਂ ਨੇ। ਅਬ ਮੈਂ ਰੂਪ ਗੰਧਰਬੀ ਪਾਇਓ। ਆਕਾਸ਼ ਤੋਂ ਆਵਾਜ਼ਾਂ ਆਉਂਦੀਆਂ, ਕਹਿਣ ਲੱਗੀ ਹੁਣ ਮੈਂ ਗੰਧਰਬੀ ਬਣ ਗਈ ਆ, ਕਹਿਣ ਲੱਗੀ ਮੈਂ ਹੁਣ ਫਿਰ ਗੰਧਰਬੀ ਬਣ ਗਈ ਆ। ਜਾਤ ਸੁਰਗ ਕੋ ਨਮੋ ਹਮਾਰ। ਤੇ ਮੈਂ ਸਵਰਗਾਂ ਨੂੰ ਜਾ ਰਹੀ ਆ, ਜਾਣ ਲੱਗਿਆ ਮੈਂ ਤੇਰੇ ਪੁੱਤਰ ਨੂੰ ਨਮਸਕਾਰ ਕਰਦੀ ਆ, ਕਹਿਣ ਲੱਗੀ ਨਮਸਕਾਰ ਕਰਦੀ ਆ। ਹਾਂਜੀ। ਸ਼ਤਰੂ ਤੁਮਹਾਰੋ ਪ੍ਰਿਥਿਆ ਜਾਨੋ। ਪਰ ਜਾਣ ਲੱਗਿਆ ਭੇਦ ਖੋਲ ਗਈ, ਬਾਬੇ ਪ੍ਰਿਥੀਏ ਤੋਂ ਬਚ ਕੇ ਰਿਓ, ਸ਼ਤਰੂ ਹੈ ਤੁਹਾਡਾ। ਕਰ ਹੈ ਬੈਰ ਸਗਰੋ ਪਰਿਵਾਰ। ਸਾਰਾ ਉਹਨਾਂ ਦਾ ਪਰਿਵਾਰ ਤੁਹਾਡੇ ਸਾਰੇ ਪਰਿਵਾਰ ਨਾਲ ਵੈਰ ਕਰਦਾ ਹੈ। ਰਹੋ ਸੁਚੇਤ ਨਾ ਕਰੋ ਭਰੋਸਾ। ਸੁਚੇਤ ਰਿਓ, ਉਹਨਾਂ ਤੇ ਭਰੋਸਾ ਨਾ ਕਰਿਓ। ਜਿਉਂ ਜਿਉਂ ਠਾਨੈ ਹੈ ਗੋ ਅਪਕਾਰ। ਉਹ ਜਿਵੇਂ ਕਿਵੇਂ ਨਹੀਂ ਤੁਹਾਡੇ ਨਾਲ ਬਦੀ ਕਰਨਗੇ, ਬੁਰਾਈ ਕਰਨਗੇ। ਦਾਈ ਬੋਲ ਕੇ ਦੱਸ ਗਈ ਜੀ ਉਹ ਗੰਧਰਬੀ। ਇਮ ਕਹਿ ਗਮਨ ਕੀਜ ਨਿਜ ਘਰ ਕੋ। ਅਤ ਪ੍ਰਸੰਨ ਹੋਇ ਹਿਰਦੈ ਮਝਾਰ। ਇਹ ਕਹਿ ਕੇ ਉਹ ਗੰਧਰਬੀ ਬਹੁਤ ਪ੍ਰਸੰਨ ਹੋ ਕੇ 6ਵੇਂ ਪਾਤਸ਼ਾਹ ਨੂੰ ਨਮਸਕਾਰ ਕਰਕੇ ਸਾਧ ਸੰਗਤ ਦੀ ਸਵਰਗ ਨੂੰ ਚਲੇ ਗਈ ਜੀ। ਪਿਆਰ ਨਾਲ ਆਖੋ ਵਾਹਿਗੁਰੂ। ਵਾਹਿਗੁਰੂ। ਇਸ ਤਰ੍ਹਾਂ ਨਹੀਂ, ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਇੱਥੋਂ ਅੰਦਾਜ਼ਾ ਲਾਵੋ ਮਹਾਰਾਜ ਕਿੰਨੇ ਵੱਡੇ ਨੇ ਜੀ, ਕਿੰਨੇ ਵੱਡੇ ਨੇ, ਕੋਈ ਛੋਟੀ ਗੱਲ ਹੈ ਜੀ। ਪਿਆਰਿਓ ਸਵਰਗਾਂ ਵਿੱਚ ਵੀ ਜਿਨ੍ਹਾਂ ਦੇ ਚਰਚੇ ਹੁੰਦੇ ਆ, ਜੇ ਕੋਈ ਉਧਾਰ ਕਰ ਸਕਦਾ ਹੈ ਤੇ ਗੁਰੂ ਅਰਜਨ ਸਾਹਿਬ ਘਰ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਤੇਰਾ ਉਧਾਰ ਕਰੇਗਾ। ਸਵਰਗ 'ਚ ਵੀ ਚਰਚੇ, ਕਿਉਂ? ਉਹ ਪੰਕਤੀ ਗੁਰੂ ਰਾਮਦਾਸ ਜੀ ਦੀ ਬਹੁਤ ਭਾਵਨਾ ਵਾਲੀ ਹੈ, ਉਹਨੂੰ ਚੇਤਾ ਰੱਖਿਓ। ਗੁਰੂ ਸਾਹਿਬ ਨੂੰ ਕੀ ਸਮਝਣਾ? ਪ੍ਰਤੱਖ ਪਰਮੇਸ਼ਰ ਦੀ ਮੂਰਤ। 6ਵੇਂ ਪਾਤਸ਼ਾਹ
ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਬੈਠੇ ਆ, ਛੇਵੇਂ ਪਾਤਸ਼ਾਹ ਵੀ ਧੁਰੋਂ ਹੀ ਗੁਰਤਾ ਗੱਦੀ ਦੇ ਮਾਲਕ ਨੇ, ਪ੍ਰਤੱਖ ਪਰਮੇਸ਼ਰ ਦੀ ਮੂਰਤ ਨੇ ਜੀ। ਹਾਂਜੀ। ਅਜਰ ਬੇਖੈ ਤ੍ਰੀਐ ਬ੍ਰਿੰਦ ਮਿਲੀ ਤਬ, ਸੁਨ ਸਭ ਸੇਵ ਰਹੀ ਬਿਸਮਾਦ। ਉਹ ਸਾਰੀਆਂ ਦਾਸੀਆਂ ਬੀਬੀਆਂ ਵਡਾਲੀ ਦੀਆਂ ਸਾਰੀਆਂ ਹੀ ਸੁਣ ਕੇ ਹੈਰਾਨ ਹੋ ਗਈਆਂ ਜੀ। ਓਹੋ ਹੋ, ਇਹ ਗੱਲ ਵਰਤੀ ਹੈ। ਹਾਂਜੀ। ਧਿਕ ਧਿਕ ਕਰਮੋ ਕੀਨ ਕੁਕਰਮੋ। ਫਿਰ ਸਾਰੇ ਬੀਬੀ ਕਰਮੋ ਨੂੰ ਲਾਹਨਤਾਂ ਹੀ ਪਾ ਰਹੇ ਨੇ, ਇਹ ਕਿਹੋ ਜਿਹਾ ਭੈੜਾ ਕਰਮ ਕੀਤਾ ਹੈ। ਹਤੇ ਬਾਲ ਕਿਆ ਕਰਮੋ ਆਏ। ਬਾਲਕ ਨੂੰ ਮਾਰ ਕੇ ਕੀ ਹੱਥ ਆਉਣਾ ਸੀਗਾ। ਹਾਂਜੀ। ਪਰਾ ਲਬਧ ਪਰ ਨਿਸ਼ਚੈ ਨਾਹਿਨ। ਪਰਾ ਲਬਧ ਤੇ ਭਰੋਸਾ ਨਹੀਂ ਹੈ ਵੀ ਜੋ ਮੇਰੇ ਕਰਮਾਂ ਚ ਉਹੋ ਹੀ ਮਿਲਣਾ ਹੈ, ਉਹਦੇ ਤੇ ਭਰੋਸਾ ਨਹੀਂ ਹੈ। ਪਾਪ ਮਤੀ ਔਰ ਮੈਂ ਪ੍ਰਗਟਾਏ। ਤੇ ਪਾਪ ਮਤੀ ਔਰ ਮੈਂ ਪ੍ਰਗਟਾਏ, ਆਪਣੇ ਮਨ ਵਿੱਚ ਪਾਪਾਂ ਨੂੰ ਹੀ ਪ੍ਰਗਟ ਕੀਤਾ, ਉਹੋ ਜੀ ਮਾਤੀ ਲੈ ਆਂਦੀ ਜੀ। ਸੰਗਤ ਜੀ ਵੇਖ ਲਓ, ਇਤਿਹਾਸ ਬਣਿਆ ਜੀ ਇਹ ਸਾਰਾ ਜੀ। ਇੱਕੋ ਹੀ ਪਰਿਵਾਰ ਹੈ, ਇਤਿਹਾਸ ਬਣ ਗਿਆ ਜੀ ਸਾਰਾ ਜੀ। ਜੁਗਾਂ ਜੁਗਾਂ ਤੱਕ ਕਥਾ ਹੋਣੀ ਹੈ ਤੇ ਜੁਗਾਂ ਜੁਗਾਂ ਤੱਕ ਇਹ ਬਚਨ ਆਉਣੇ ਆ ਵੀ ਬੀਬੀਆਂ ਨੇ ਬੀਬੀ ਕਰਮ ਨੂੰ ਉੱਥੇ ਲਾਹਨਤਾਂ ਪਾਈਆਂ ਜੀ, ਜੁਗਾਂ ਜੁਗਾਂ ਤੱਕ ਪੈਂਦੀਆਂ ਰਹਿਣੀਆਂ ਜੀ। ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਹੀ ਜਾਣਦੇ, ਗੁਰੂ ਰਾਮਦਾਸ ਜੀ ਦਾ ਪਰਿਵਾਰ ਹੈ, ਇਹ ਗੁਰੂ ਸਾਹਿਬ ਹੀ ਸਾਰੀ ਖੇਡ ਜਾਣਦੇ। ਜੇ ਇਹ ਕੁਝ ਨਾ ਹੁੰਦਾ, ਇਹਦਾ ਦੂਜਾ ਪੱਖ ਵਿਚਾਰਿਓ। ਸਤਿਗੁਰ ਵੱਡਾ ਘਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਜੇ ਇਹ ਸਾਰਾ ਕੁਝ ਨਾ ਹੁੰਦਾ ਤੇ ਗੰਦਰਬੀ ਦਾ ਉਧਾਰ ਕਿਵੇਂ ਹੋਣਾ ਸੀਗਾ ਜੀ। ਗੰਦਰਬੀ ਦਾ ਭਲਾ ਕਿਵੇਂ ਹੋਣਾ ਸੀ। ਇਹ ਪਰਮੇਸ਼ਰ ਦੀ ਖੇਡ ਹੀ ਹੈ। ਪਰਮੇਸ਼ਰ ਨੇ ਆਪ ਹੀ ਜੀਵ ਪੈਦਾ ਕੀਤੇ ਆ ਵਡਿਆਈ ਪੈਦਾ ਕਰਨ ਵਾਸਤੇ। ਜੇ ਗੁਲਾਬ ਆਪ ਲਾਇਆ, ਕੰਡੇ ਵੀ ਲਾਏ ਆ, ਕੰਡਿਆਂ ਦੀ ਵੀ ਲੋੜ ਪੂਰੀ ਹੈਗੀ ਹੈ ਜੀ। ਪਰਮੇਸ਼ਰ ਦੀ ਖੇਡ ਹੈ ਸਾਰੀ ਦੀ। ਹਾਂਜੀ। ਪਰਮੇਸ਼ਰ ਜਿਨ ਕੇਰ ਸਹਾਈ। ਸਾਰੀਆਂ ਬੀਬੀਆਂ ਕਹਿੰਦੀਆਂ ਭਾਈ ਜਿਹਦਾ ਰਾਖਾ ਵਾਹਿਗੁਰੂ ਆਪ ਹੋਵੇ। ਬੰਕ ਰੋਮ ਕੋ ਕਰ ਨਾ ਸਕਾਏ। ਉਹਦਾ ਤੇ ਵਾਲ ਵੀ ਨਹੀਂ ਕੋਈ ਵਿੰਗਾ ਕਰ ਸਕਦਾ, ਉਹਦਾ ਤੇ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ। ਹਾਂਜੀ। ਲੱਗਿਓ ਕੋ ਲੰਕ ਕੁੱਲੀ ਅਕਲੰਕ, ਜੋ ਮਤ ਸਰ ਪਾਵਕ ਜਰਤ ਮਹਾਨ। ਪਰ ਬਾਬੇ ਪ੍ਰਿਥੀਏ ਦੀ ਕੁੱਲ ਨੂੰ ਕਲੰਕ ਲੱਗਾ ਜੀ। ਬਾਬੇ ਪ੍ਰਿਥੀਏ ਦੀ ਵੀ ਇਹ ਕਿਉਂ, ਉਹ ਮਿਲੇ ਨਹੀਂ ਬਾਅਦ ਵਿੱਚ ਜੀ। ਪੁੱਤਰ ਮਿਹਰਬਾਨ ਅੱਗੋਂ ਹਰ ਜੀ ਸਾਰੇ ਵੱਖਰੇ ਹੀ ਰਹੇ ਜੀ। ਫਿਰ ਜੀ ਵੱਡੇ ਭਾਗ ਇਨ ਤੇ ਸਭ ਰੀਤੀ, ਪਿਤਾ ਪ੍ਰੇਮ ਤੇ ਗੁਰਤਾ ਦਾਨ। ਲੋਕ ਆਪਸ ਵਿੱਚ ਗੱਲਾਂ ਕਰਦੇ ਵੀ ਗੁਰੂ ਅਰਜਨ ਸਾਹਿਬ ਦੇ ਕਿੰਨੇ ਵੱਡੇ ਭਾਗ ਨੇ। ਗੁਰੂ ਰਾਮਦਾਸ ਸਾਹਿਬ ਆਪਣਾ ਆਪਾ ਇਹਨਾਂ ਦੇ ਅੰਦਰ ਟਿਕਾ ਕੇ ਗਏ, ਪਰ ਬਾਬਾ ਪ੍ਰਿਥੀਆ ਜੀ ਕੀ ਕਰ ਰਹੇ ਨੇ। ਹਾਂਜੀ। ਉੱਤਮ ਕਰਮ ਕਰਤ ਹੈ ਨਿਸ ਦਿਨ। ਵੇਖ ਲਓ ਮਹਾਰਾਜ ਦੀਆਂ ਤੇ ਸਿਫਤਾਂ ਹੀ ਹੋ ਰਹੀਆਂ ਨੇ ਨਾ। ਸਾਰੇ ਕਹਿ ਰਹੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਤੇ ਦਿਨ ਰਾਤ ਉੱਤਮ ਕਰਮ ਕਰਦੇ ਆ। ਹਾਂਜੀ। ਸਤ ਨਾਮ ਕੋ ਸਿਮਰਨ ਠਾਨ। ਉਹ ਤੇ ਦਿਨ ਰਾਤ ਸੰਗਤਾਂ ਨੂੰ ਵਾਹਿਗੁਰੂ 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 ਪਰਮੇਸ਼ਰ ਦਾ ਨਾਮ ਜਪਾਉਂਦੇ ਆ। ਚਹੂੰ ਕੋਦ ਤੇ ਸਮ ਪਾਇਓਦ ਕੇ, ਪਾਏ ਪ੍ਰਮੋਦ ਦੇਤ ਧਨ ਆਨ। ਤੇ ਜਿਵੇਂ ਬੱਦਲ ਵਰਦੇ ਆ ਉਵੇਂ ਫਿਰ ਧਨ ਵੀ ਆ ਕੇ ਵਰਦਾ ਹੈ ਜੀ। ਤੇ ਇਸ ਤਰੀਕੇ ਨਾਲ ਨਾ ਜੀ ਲੋਕ ਬਾਬੇ ਪ੍ਰਿਥੀਏ ਦੀ ਨਿੰਦਿਆ ਤੇ ਗੁਰੂ ਅਰਜਨ ਦੇਵ ਜੀ ਦੀਆਂ ਵਡਿਆਈਆਂ ਕਰਦੇ ਜੀ। ਕਹਿਓ ਦਾਸ ਕੋ ਪਾਸ ਪਧਾਰੋ, ਜਗ ਗੁਰ ਕੋ ਸੁਧ ਦੇਵੋ ਸੁਨਾਏ। ਮਾਤਾ ਗੰਗਾ ਜੀ ਨੇ ਇੱਕ ਸੇਵਕ ਨੂੰ ਆਖਿਆ, ਜਾ ਭਾਈ ਜਗਤ ਦੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਗੱਲ ਦੱਸ ਕੇ ਆ। ਅੱਜ ਆ ਹੋਇਆ, ਦਾਈ ਮਰੀ ਪਈ ਹੈ। ਦਾਈ ਨਹੀਂ ਸੀ ਗੰਧਰਬੀ ਹੈ, ਸਾਰੀ ਗੱਲ ਦੱਸ ਕੇ ਆ। ਹਾਂਜੀ। ਸ਼੍ਰੀ ਨਾਨਕ ਨੇ ਪੁੱਤਰ ਬਚਾਇਓ। ਪਰ ਉਹ ਜਿਹੜੀ ਗੱਲ ਸੀ ਨਾ ਗੰਧਰਬੀ ਕਹਿ ਕੇ ਗਈ ਵੀ ਮਾਤਾ ਗੰਗਾ ਜੀ ਤੁਹਾਡਾ ਪੁੱਤਰ ਰੱਬ ਹੈ, ਉਹ ਗੱਲ ਸੁਰਤ ਚੋਂ ਥੋੜੀ ਜਿਹੀ ਨਿਕਲ ਗਈ ਜੀ। ਤੁਸੀਂ ਇਤਿਹਾਸ ਸੁਣਿਆ
ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਸੁਣੀ ਹੈ। ਉਹ ਮਾਤਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਲਾਗੇ ਹੀ ਲੰਮੇ ਪਏ ਸਨ ਜੀ, ਮਾਤਾ ਤ੍ਰਿਪਤਾ ਜੀ। ਤੇ ਮਾਤਾ ਜੀ ਨੂੰ ਕੀ ਸੁਪਨਾ ਆਉਂਦਾ ਜੀ ਰਾਤ? ਸੁਪਨਾ ਕੀ ਹੈ? ਬੰਦ ਅੱਖਾਂ ਦੇ ਨਾਲ ਦ੍ਰਿਸ਼ ਵੇਖਦਾ ਜੀ। ਜਿੰਨੇ ਦੇਵਤੇ ਨੇ ਉਹਨਾਂ ਨੇ ਮੇਰੇ ਪੁੱਤਰ ਨੂੰ ਨਮਸਕਾਰਾਂ ਕੀਤੀਆਂ। ਕਈ ਦੇਵਤੇ ਤੇ ਲੰਮੇ ਪੈ ਪੈ ਮੱਥਾ ਟੇਕਣ ਦੇ ਆ, ਤੇ ਮੇਰੇ ਪੁੱਤਰ ਜੀ ਵੱਡੇ ਤਖਤ ਤੇ ਬੈਠੇ ਹੈ। ਤੇ ਉਹ ਬੰਦ ਅੱਖਾਂ ਦੇ ਵਿੱਚ ਜਦੋਂ ਮਾਤਾ ਤ੍ਰਿਪਤਾ ਜੀ ਦ੍ਰਿਸ਼ ਵੇਖਦੇ ਨਾ ਰਾਤ ਨੂੰ, ਮਾਤਾ ਜੀ ਨੂੰ ਬੜਾ ਹੀ ਸੁੱਖ ਮਿਲਦਾ, ਬੜੀ ਸ਼ਾਂਤੀ ਮਿਲਦੀ। ਹਾਂਜੀ, ਪਰ ਜਦੋਂ ਸਵੇਰੇ ਅੱਖਾਂ ਖੁੱਲ੍ਹਦੀਆਂ, ਜੋ ਰਾਤ ਵਿਖਿਆ ਸਭ ਕੁਝ ਚੇਤਾ ਭੁੱਲ ਗਿਆ। ਫਿਰ ਪੁੱਤ ਨਾਨਕ ਹੀ ਚੇਤਾ ਰਿਹਾ ਜੀ। ਫਿਰ ਭੁੱਲ ਗਏ ਵੀ ਇਹ ਤੇ ਪਰਮੇਸ਼ਰ ਆ ਸਾਡੇ ਘਰ। ਉਹ ਫਿਰ ਸੁਰਤ ਨਾਨਕ ਦੀ ਹੀ ਆ ਗਈ। ਮਾਤਾ ਜੀ ਨੂੰ, ਮਾਤਾ ਜੀ ਕਹਿੰਦੇ ਜਾ ਕੇ ਦੱਸੋ ਮੇਰੇ ਪੁੱਤ ਨੂੰ ਗੁਰੂ ਨਾਨਕ ਸਾਹਿਬ ਨੇ ਬਚਾਇਆ ਹੈ। ਹਾਂਜੀ, ਨਾਹੀਂ ਤਾਂ ਹਤਿਓ ਤੋ ਛਲ ਲਾਏ, ਨਹੀਂ ਤੇ ਛਲ ਨਾਲ ਅੱਜ ਮਰ ਜਾਣੇ ਸਨ, ਮਾਰ ਦੇਣੇ ਸਨ ਉਹਨਾਂ ਨੇ। ਹਾਂਜੀ, ਅੰਗਣ ਮ੍ਰਿਤਕ ਧਾਏ ਕੋ ਦੇਖਿਓ, ਉਹਨਾਂ ਨੂੰ ਆਖੋ ਆ ਕੇ ਵਿਹੜੇ ਵਿੱਚ ਮ੍ਰਿਤਕ ਦਾਈ ਦਾ ਸਰੀਰ ਵੀ ਵੇਖ ਲੈਣਾ। ਸੁਧ ਸਭ ਕਹੀ ਗਗਨ ਮੈਂ ਜਾਏ, ਨਾਲੇ ਆਕਾਸ਼ ਚੋਂ ਆਵਾਜ਼ ਮਾਰ ਕੇ ਉਹਨੇ ਸਭ ਨੂੰ ਦੱਸਿਆ, ਸਾਰੀ ਗੱਲ ਦੱਸ ਕੇ ਆਓ। ਲੀਨ ਕਲੰਕ ਭਰਾਤ ਇਹ ਤੁਮਰੇ, ਮਾਤਾ ਜੀ ਥੋੜਾ ਜਿਹਾ ਵੀਰ ਰਸ ਚ ਵੀ ਆ ਗਏ। ਕਹਿੰਦੇ ਨਾਲੇ ਮਾਰਨ ਨੂੰ ਕਹਿ ਕੇ ਆਓ ਵੀ ਤੁਹਾਡੇ ਭਰਾ ਨੇ ਕੀਤਾ ਜੇ ਸਾਰਾ ਕੁਝ। ਹਾਂਜੀ, ਜੋ ਹਮ ਕੋ ਨਹਿ ਦੇਖ ਸਕਾਏ, ਜਿਹੜਾ ਸਾਨੂੰ ਦੇਖ ਨਹੀਂ ਸਕਦਾ। ਹਾਂਜੀ, ਸੁਨਤ ਦਾਸ ਦੌਰਿਓ ਗੁਰ ਪਾਸੈ, ਦੇਖ ਕੇ ਜਰਦੇ ਨਹੀਂ ਜਿਹੜੇ। ਉਹ ਸੇਵਕ ਉਸੇ ਵੇਲੇ ਮਾਤਾ ਜੀ ਦੇ ਕੋਲੋਂ ਇਹ ਗੱਲ ਸੁਣ ਕੇ ਦੌੜ ਕੇ ਗਿਆ। ਵਹਿਰ ਬਿਰਾਜੈ ਹੈ ਜਿਸ ਥਾਨ, ਜਿੱਥੇ ਖੂਹ ਲਾਗੇ, ਸ਼ਹਿਰਟੇ ਖੂਹ ਲਾਗੇ ਗੁਰੂ ਅਰਜਨ ਸਾਹਿਬ ਬੈਠਦੇ ਸਨ, ਉਹ ਸਿੱਖ ਉੱਥੇ ਗਿਆ ਜੀ। ਹਾਂਜੀ, ਕਿਰਪਾ ਨਿਧਾਨ ਕਹਾਂ ਹੋ ਬੈਠੇ, ਉਹ ਵੀ ਭੱਜਾ ਭੱਜਾ ਆਇਆ। ਕਹਿੰਦਾ ਕਿਰਪਾ ਨਿਧਾਨ ਕਹਾਂ ਹੋ ਬੈਠੇ? ਕਹਿੰਦਾ ਮਹਾਰਾਜ ਕਿੱਥੇ ਬੈਠੇ ਆਪ ਜੀ? ਕਾਰਜ ਬਿਗੜਿਓ ਹੋ ਤੋ ਮਹਾਨ, ਮਹਾਰਾਜ ਤੇ ਕੰਮ ਵਿਗੜ ਗਿਆ ਸੀ ਅੱਜ। ਹਾਂਜੀ, ਸਤਿਗੁਰ ਰਾਖਿਓ ਬੰਸ ਤੁਮਾਰੋ, ਸੱਚੇ ਪਾਤਸ਼ਾਹ ਅੱਜ ਤੇ ਗੁਰੂ ਰਾਮਦਾਸ ਜੀ ਨੇ ਮਿਹਰ ਕਰਕੇ ਆਪਣੀ ਬੰਸ ਰੱਖੀ ਹੈ। ਹਾਂਜੀ, ਸਕਲ ਪ੍ਰਸੰਗ ਸੋ ਕੀਨ ਬਖਾਨ, ਸਾਰਾ ਪ੍ਰਸੰਗ ਉਹਨੇ ਫਿਰ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਜੀ, ਕਿਵੇਂ ਹੋਇਆ, ਕਿਵੇਂ ਗੰਧਰਵੀ ਬੋਲੀ, ਬਾਬੇ ਪ੍ਰਿਥੀਏ ਦੀ, ਕਰਮੋਂ ਦੀ ਸਾਰੀ ਗੱਲ ਉਹਨੇ ਦੱਸੀ। ਮਹਾਰਾਜ ਬੜੇ ਪਿਆਰ ਨਾਲ ਸਾਰਾ ਕੁਝ ਸੁਣਦੇ ਰਹੇ ਜੀ। ਗੁੱਸਾ ਨਹੀਂ ਚੜਿਆ ਮਹਾਰਾਜ ਨੂੰ, ਨਹੀਂ ਤੇ ਗੁੱਸਾ ਚੜ ਜਾਂਦਾ ਜੀ ਬੰਦੇ ਨੂੰ। ਹਾਂਜੀ, ਸੁਨਤ ਉੱਠੇ ਗੁਰ ਅਰਜਨ ਆਏ, ਸੱਚੇ ਪਾਤਸ਼ਾਹ ਮਹਾਰਾਜ ਆਸਣ ਤੋਂ ਉੱਠੇ ਤੇ ਗੁਰੂ ਕੀ ਬਡਾਲੀ ਘਰ ਨੂੰ ਤੁਰ ਪਏ ਜੀ। ਕੁਛ ਸਿੱਖ ਸੇਵਕ ਸੰਗ ਸੋ ਆਨ, ਕੁਝ ਸੇਵਕ ਪ੍ਰੇਮੀ ਮਹਾਰਾਜ ਜੀ ਦੇ ਨਾਲ ਪਿੱਛੇ ਪਿੱਛੇ ਤੁਰ ਪਏ ਜੀ। ਹਾਂਜੀ, ਪਰੀ ਅਜਰ ਮੈਂ ਧਾਏ ਮ੍ਰਿਤਕ ਹਵੈ, ਵਿਹੜੇ ਦੇ ਵਿੱਚ ਪਹਿਲਾਂ ਮਹਾਰਾਜ ਨੇ ਜਦੋਂ ਦ੍ਰਿਸ਼ਟੀ ਪਾਈ ਤਾਂ ਦਾਈ ਦਾ ਸਰੀਰ ਪਿਆ ਹੋਇਆ ਸੀਗਾ ਜੀ। ਹਾਂਜੀ, ਕਹਿ ਗਿਰਵਾਈ ਵਹਿਰ ਉਜਾਰ, ਮਹਾਰਾਜ ਨੇ ਬਸ ਇੰਨਾ ਹੀ ਕਿਹਾ। ਮਹਾਰਾਜ ਕਹਿੰਦੇ ਭਾਈ ਇਹਦੇ ਸਰੀਰ ਨੂੰ ਚੁੱਕ ਕੇ ਬਾਹਰ ਉਜਾੜ ਵਿੱਚ ਸੁੱਟ ਦਿਓ, ਕਹਿਣ ਲੱਗੇ। ਹਾਂਜੀ, ਸ਼੍ਰੀ ਨਾਨਕ ਰਛਕ ਹੈ ਹਮਰੇ, ਵੇਖੋ ਮਹਾਰਾਜ ਕਿੰਨੇ ਨਿਮਰਤਾ ਵਾਲੇ। ਕਹਿੰਦੇ ਭਾਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਡੇ ਰਾਖੇ ਨੇ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਘਰ ਬਾਹਰ ਸੰਗੈ ਇੱਕ ਸਾਰ, ਉਹ ਘਰ ਵੀ ਸੰਗੀ ਨੇ ਤੇ ਬਾਹਰ ਵੀ ਸੰਗੀ ਨੇ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ। ਹਾਂਜੀ, ਕੋ ਬਪੁਰਾ ਨਰ ਬੁਰਾ ਕਰੈ ਜੋ, ਮਹਾਰਾਜ ਕਹਿਣ ਲੱਗੇ ਕੋਈ ਵਿਚਾਰਾ ਬੰਦਾ ਜੇ ਸਾਡਾ ਬੁਰਾ ਕਰਨ ਲੱਗੇ ਤੇ ਜਬ ਇੱਕ ਸੁਆਮੀ ਰਾਖਨ ਹਾਰ, ਜਦੋਂ ਗੁਰੂ ਨਾਨਕ ਸਾਹਿਬ ਸਾਡੇ ਰਾਖੇ ਆ ਤੇ ਕੋਈ ਵਿਚਾਰਾ ਕੀ ਵਿਗਾੜ ਸਕਦਾ ਹੈ।
ਕਹਾਂ ਕਰਾ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਵੱਡ ਪ੍ਰਤਾਪ। ਪ੍ਰਤਾਪ। ਹਾਂਜੀ, ਉਮੰਗ ਪ੍ਰੇਮ ਤੇ ਸ਼ਬਦ ਬਨਾਇਓ। ਉਹ ਸਾਰਾ ਕੁਝ ਸੁਣ ਕੇ ਅੰਤਰਜਾਮੀ ਸੱਚੇ ਪਾਤਸ਼ਾਹ ਦੇ ਹਿਰਦੇ 'ਚ ਪਿਆਰ ਆ ਗਿਆ, ਬੈਰਾਗ ਆ ਗਿਆ। ਮਹਾਰਾਜ ਬਿਲਕੁਲ ਪ੍ਰੇਮ 'ਚ ਓਤ-ਪੋਤ ਹੋ ਗਏ ਜੀ। ਤੇ ਫਿਰ ਕੀ ਕੀਤਾ? ਮਹਾਰਾਜ ਨੇ ਸ਼ਬਦ ਉਚਾਰਿਆ ਜੀ। ਹਾਂਜੀ, ਸੁੰਦਰ ਆਸਾ ਰਾਗ ਮਝਾਰ। ਆਸਾ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਸਮੇਂ ਸ਼ਬਦ ਉਚਾਰਿਆ ਜੀ। ਹਾਂਜੀ, ਸ਼੍ਰੀ ਮੁਖ ਵਾਕ ਆਸਾ ਮਹੱਲਾ ਪੰਜਵਾਂ। ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਗੱਜ ਕੇ ਆਖੋ। ਮਹਾਰਾਜ ਨੇ ਫਿਰ ਇਹ ਸ਼ਬਦ ਉਚਾਰਿਆ, ਗੁਰ ਪੂਰੇ ਰਾਖਿਆ ਦੇ ਹਾਥ। ਗੁਰੂ ਨਾਨਕ ਸਾਹਿਬ ਪੂਰੇ ਨੇ, ਉਹਨਾਂ ਹੱਥ ਦੇ ਕੇ ਰੱਖ ਲਿਆ। ਪ੍ਰਗਟ ਭਇਆ ਜਨ ਕਾ ਪ੍ਰਤਾਪ। ਮਹਾਰਾਜ ਦੇ ਸੇਵਕਾਂ ਦਾ ਪ੍ਰਤਾਪ ਪ੍ਰਗਟ ਹੋਇਆ। ਕਹਿਣ ਲੱਗੇ ਵੀ ਇਹ ਗੁਰੂ ਨਾਨਕ ਸਾਹਿਬ ਦੇ ਸੇਵਕ ਨੇ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ। ਮਹਾਰਾਜ ਸੱਚੇ ਪਾਤਸ਼ਾਹ ਸੇਵਕਾਂ ਨੂੰ ਕਹਿਣ ਲੱਗੇ, ਭਾਈ ਅਸੀਂ ਤੇ ਗੁਰੂ ਗੁਰੂ ਹੀ ਜਪਦੇ ਆ, ਗੁਰੂ ਗੁਰੂ ਹੀ ਧਿਆਉਂਦੇ ਆ। ਸਾਡੇ ਜੀਵਾਂ ਦੀ ਅਰਦਾਸ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੈ। ਕਹਿਣ ਲੱਗੇ ਹੋਰ ਅਸੀਂ ਕਿੱਥੇ ਅਰਦਾਸ ਕਰਨੀ ਹੈ, ਕਿਹਦੇ ਕੋਲ ਜਾਣਾ? ਸਾਡੇ ਤੇ ਜੋ ਵੀ ਨੇ ਗੁਰੂ ਨਾਨਕ ਸਾਹਿਬ ਜੀ ਹੀ ਹਨ। ਹਾਂਜੀ, ਰਹਾਓ ਸ਼ਰਨ ਪਰੇ ਸਾਚੇ ਗੁਰ ਦੇਵ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਅਸੀਂ ਤੇ ਉਹਨਾਂ ਦੀ ਸ਼ਰਨ ਵਿੱਚ ਗਏ ਜਿਹੜੇ ਗੁਰਦੇਵ ਨੇ, ਸਾਡੇ ਮਾਲਕ ਨੇ। ਹਾਂਜੀ, ਪੂਰਨ ਹੋਈ ਸੇਵਕ ਸੇਵ। ਕੋਈ ਸੇਵਕ ਉਹਨਾਂ ਦੀ ਸੇਵਾ ਕਰਦਾ, ਉਹਦੀ ਸੇਵਾ ਪੂਰਨ ਕਰਦੇ ਆ। ਉਹ ਸਾਡੀ ਵੀ ਸੇਵਾ ਉਹਨਾਂ ਪੂਰਨ ਕੀਤੀ ਹੈ। ਸਾਡੀ ਲਾਜ ਰੱਖਦੇ, ਸਾਡੀ ਇੱਜ਼ਤ ਰੱਖਦੇ। ਚੇਤਾ ਰੱਖਿਓ, ਕੋਈ ਸ਼ੁਭ ਕੰਮ ਹੋਵੇ ਉਹਦਾ ਕ੍ਰੈਡਿਟ ਗੁਰੂ ਨਾਨਕ ਸਾਹਿਬ ਜੀ ਨੂੰ ਦਿਆ ਕਰੋ ਜੀ। ਤੁਸੀਂ ਸੁਣਿਆ ਨਾ, ਜਦੋਂ ਮਹਾਰਾਜ ਦਾ ਆਗਮਨ ਹੋਇਆ 6ਵੇਂ ਪਾਤਸ਼ਾਹ ਦਾ, ਤੇ ਕ੍ਰੈਡਿਟ ਕਿਹਨੂੰ ਦਿੱਤਾ? ਗੁਰੂ ਅਰਜਨ ਸਾਹਿਬ ਨੇ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ ਹੈ। ਹਾਂਜੀ, ਜੀਓ ਪਿੰਡ ਜੋ ਬਨ ਰਾਖੇ ਪ੍ਰਾਨ। ਉਹੋ ਹੀ ਇਸ ਪਿੰਡ ਵਿੱਚ ਜੀਓ ਰੱਖਦੇ ਆ, ਸਰੀਰ 'ਚ ਜੀਵ ਆਤਮਾ ਨੂੰ ਟਿਕਾਉਂਦੇ ਆ। ਉਹ ਫਿਰ ਪ੍ਰਾਣ ਬਚਾ ਕੇ ਰੱਖਦੇ ਆ। ਕਹੋ ਨਾਨਕ ਗੁਰ ਕਉ ਕੁਰਬਾਨ। ਕਹਿੰਦੇ ਮੇਰਾ ਇਹ ਸਰੀਰ ਪਿੰਡਾ, ਇਹਦੇ ਵਿਚਲਾ ਜੀਵ ਆਤਮਾ, ਜਵਾਨੀ, ਸਰੀਰ, ਸਾਰੀ ਜਿੰਦ ਦੀ ਰੱਖਿਆ ਗੁਰੂ ਨਾਨਕ ਸਾਹਿਬ ਜੀ ਕਰਦੇ ਆ। ਸਾਰਾ ਕੁਝ ਹੀ ਗੁਰੂ ਨਾਨਕ ਸਾਹਿਬ ਜੀ ਤੋਂ ਬਲਿਹਾਰ ਹੈ। ਕਹਿਣ ਲੱਗੇ ਹਾਂਜੀ, ਦੋਹਰਾ ਇਮ ਸ਼੍ਰੀ ਨਾਨਕ ਕੀ ਮਹਾ ਕਹੀ ਬਡਾਈ ਚਾਰ। ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਸਾਰੇ ਸੇਵਕਾਂ 'ਚ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਨ ਲੱਗੇ। ਵੇਖੋ, ਧਿਆਨ ਰੱਖੋ, ਹੋਰ ਕੋਈ ਬੰਦਾ ਹੁੰਦਾ ਉਹਨੇ ਪਹਿਲਾਂ ਬਾਬੇ ਪ੍ਰੀਤੀਏ ਨੂੰ ਗਾਲਾਂ ਕੱਢਣੀਆਂ ਸਨ ਜੀ। ਸਾਡੇ ਆਪਾਂ ਆਪ ਵੇਖ ਲਈਏ, ਪਹਿਲਾਂ ਉਹਨੂੰ ਕਹਿਣਾ ਸੀ। ਮਹਾਰਾਜ ਨੇ ਪਹਿਲਾਂ ਬਚਾਉਣ ਵਾਲੇ ਨੂੰ ਚੇਤਾ ਰੱਖਿਆ ਜੀ। ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕੀਤੀ ਜੀ। ਹਾਂਜੀ, ਪਠ ਹੈ ਜੋ ਚਿਤਵਹਿ ਚਰਿਤ ਗੁਰ, ਤਰਾਸ ਨਾ ਕਿਤ ਤੇ ਧਾਰ। ਕਵੀ ਸੰਤੋਖ ਸਿੰਘ ਕਹਿੰਦੇ ਐਸੇ ਗੁਰੂ ਸਾਹਿਬ ਦੇ ਚਰਿੱਤਰ, ਐਸੀ ਬਾਣੀ ਦੇ ਸ਼ਬਦ ਜਿਹੜਾ ਫਿਰ ਪੜ੍ਹਦਾ ਹੈ ਨਾ, ਉਹਨੂੰ ਫਿਰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਹੈਗੀ ਜੀ। ਜੇ ਕਿਸੇ ਨੂੰ ਡਰ ਲੱਗੇ ਨਾ, ਡਰ, ਕਵੀ ਸੰਤੋਖ ਸਿੰਘ ਜੀ ਦੇ ਕਹਿਣ ਦਾ ਭਾਵ ਹੈ, ਕਹਿੰਦੇ ਇਹ ਬਾਣੀ ਪੜ੍ਹੋ ਤੇ ਸਾਰੇ ਡਰ ਹੀ ਦੂਰ ਹੋ ਜਾਣਗੇ। ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਗੁਰ ਗੁਰ ਜਪੇ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ। ਰਹਾਓ ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਜਿਉ ਪਿੰਡ ਜੋ ਬਨ ਰਾਖੈ ਪ੍ਰਾਨ, ਕਹੋ ਨਾਨਕ ਗੁਰ ਕਉ ਕੁਰਬਾਨ। ਸਾਡੇ ਰਾਖੇ ਹੀ ਗੁਰੂ ਜੀ ਨੇ।
ਗੁਰ ਗੁਰ ਜਪੀ ਗੁਰੂ ਗੁਰ ਧਿਆਏ, ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਗੁਰ ਗੁਰ ਜਪੀ ਗੁਰੂ ਗੁਰ ਧਿਆਏ, ਗੁਰ ਗੁਰ ਜਪੀ ਗੁਰੂ ਗੁਰ ਧਿਆਈ। ਮਹਾਰਾਜ ਕਹਿੰਦੇ ਇਹ ਕੰਮ ਕਰਿਆ ਕਰੋ, ਜੀ ਕੀ ਅਰਦਾਸ ਗੁਰੂ ਪਹਿ ਪਾਈ। ਸੋ ਮਹਾਰਾਜ ਕਿਰਪਾ ਕਰਨ। ਭੱਟ ਜੀ ਬਹੁਤ ਸੋਹਣਾ ਲਿਖਦੇ ਆ ਜੀ, ਕਹਿੰਦੇ ਸਿੱਖੋ ਇਸ ਕਰਕੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਆਪਣੇ ਮਨ 'ਚ ਪੂਰੀ ਭਾਵਨਾ ਬਣਾਓ, ਗੁਰੂ ਸਾਹਿਬ ਹੀ ਸਤ ਰੂਪ ਪਰਮੇਸ਼ਰ ਹਨ। ਕਹਿੰਦੇ ਪੜ੍ਹਿਆ ਕਰੋ। ਆਓ ਪਿਆਰ ਨਾਲ ਪੰਕਤੀ ਪੜ੍ਹ ਲਈਏ, ਫਿਰ ਦਾਸ ਖਿਮਾ ਮੰਗੇ। ਕੋਈ ਰਸਨਾ ਬਾਂਝੀ ਨਾ ਰਹੇ, ਨੇਤਰ ਬੰਦ ਕਰਕੇ ਆਖੋ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। 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 ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਕੀ ਸਤ ਕਰ? ਵੀ ਗੁਰੂ ਸਾਹਿਬ ਹੀ ਪਰਮੇਸ਼ਰ ਹਨ। ਮਹਾਰਾਜ ਕਿਰਪਾ ਕਰਨ। ਵੇਖੋ ਕਿੰਨੀ ਨਿਮਰਤਾ ਗੁਰੂ ਅਰਜਨ ਸਾਹਿਬ ਜੀ, ਕਿੰਨੀ ਜਰਨ ਅਵਸਥਾ ਹੈ। ਕਿਸੇ ਬੰਦੇ 'ਚ ਨਹੀਂ ਹੋ ਸਕਦੀ, ਪਰਮੇਸ਼ਰ 'ਚ ਹੀ ਹੋ ਸਕਦੀ ਹੈ। ਸਤਿਗੁਰੂ ਦੇਓ ਪ੍ਰਤੱਖ ਹਰ ਮੂਰਤ। ਮਹਾਰਾਜ ਕਿਰਪਾ ਕਰਨ। ਸੱਚੇ ਪਾਤਸ਼ਾਹ ਅੱਗੋਂ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਪਿਆਰ ਨਾਲ ਗੱਜ ਕੇ ਬੁਲਾਓ ਜੀ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਤੇ